एक दलित बेटी का रेप होंदा है, 4 ठाकर ਉਹਦਾ रेप करते हैं। ਜਿਹੜਾ मंत्री है, ਜਿਹੜਾ ADGP है, ADGP ਕਹਿੰਦਾ रेप नहीं होया क्योंकि ਉਹਦੇ ਚ ਸੀਮਨ नहीं ਲੱਭਿਆ। जिस तरह उन्होंने घर को सील किया गया, लड़की दे किसी को आउण नहीं दिता जा रहा, मीडिया को भी आउण दिता जा रहा, की परिवार को दबाया जा रहा है कि परिवार बिल्कुल बुरी तरह दबाया जा रहा है। वो तो DM की रिपोर्ट आ गई, कहना मीडिया वाले 4 दिन बाद चले जाएंगे, थोड़े समर्थक चले जाएंगे, जेड़ा थानू 4.5 लाख असीं देता, 5.5 लाख होर देने चाह रहे, लै लो तो चुप कर दो, नहीं असीं तुहानू देखांगे। इतों वड्डी तरक्की हो सकती है। जिहड़ी दलित लीडरशिप आ गई, मिनिस्टर भी ने, सब कुछ है कि वो सचमुच दलितों का दर्द जिहड़ा समझते हैं ਜਾਂ ਫਿਰ ਉਹ ਸਿਰਫ ਬਿਠਾਏ ਹੋਏ ਨੇ ਟੈਗ ਲਾ ਕੇ ਕਿ ਇਹ ਦਲਿਤ ਭਾਈਚਾਰੇ ਦੇ ਲੀਡਰ ਨੇ ਜੀ, ਬੈਠੇ ਰਹੋ ਵਜ਼ੀਰੀਆਂ ਮਾਣੋ। ਐਕਚੁਅਲੀ ਕੰਟਰੋਲ ਕਿਹਦੇ ਕੋਲ ਹੈ ਨਾ, ਕੰਟਰੋਲ ਜਿਹੜਾ ਸਾਰਾ ਕੰਟਰੋਲ ਹੈ ਉਹ ਬ੍ਰਾਹਮਣਵਾਦੀ ਸਿਸਟਮ ਹੈ, ਉਹ ਉਹਨਾਂ ਦੇ ਸਿਸਟਮ ਨਾਲ ਹੀ ਚੱਲ ਰਿਹਾ। ਮੈਨੂੰ ਨਹੀਂ ਸਮਝ ਆਉਂਦੀ, ਜਿਹੜੇ 35 ਕਰੋੜ ਦੇਵ ਕੇ ਉਹਦੇ ਕੰਮ ਨਹੀਂ ਆਉਂਦੇ, ਜਿਹੜੇ ਤੁਹਾਨੂੰ ਚਾਹੀਦਾ ਨਵਾਂ ਲੈ ਲਓ। ਇਹ ਜਿਹੜਾ ਹੇਠਲਾ ਵਰਗ ਹੈ, ਇਹ ਉਹਨਾਂ ਦੇ ਨਾਲੇ ਮੰਦਰਾਂ 'ਚ ਮੱਥਾ ਟੇਕਦੇ ਨੇ, ਚੜਾਵਾ ਚੜਾਉਂਦੇ ਨੇ, ਨਾਲੇ ਛੱਤਰ ਖਾਂਦੇ ਨੇ, ਇਹ ਉੱਤੇ ਕਰਨ ਕੀ ਜਾਂਦੇ ਨੇ। ਇਹ ਆਪਣਾ ਰੱਬ ਨਵਾਂ ਬਣਾ ਲੈਣ, ਇਹਨਾਂ ਨੂੰ ਕੌਣ ਰੋਕਦਾ ਰੱਬ ਪੈਦਾ ਕਰਨ ਤੋਂ। ਤਾਂ ਅੱਜ ਦੀਆਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਗੱਲ ਕਰਾਂ, ਕਿ ਉਹ ਉਸ ਮਾਰਗ ਤੇ ਅੱਗੇ ਵਧ ਰਹੀਆਂ ਨੇ ਜਾਂ ਉੱਥੇ ਵੀ ਜਿਹੜੇ ਹੈਗੇ ਇਹ ਸਮੱਸਿਆਵਾਂ ਜਿਹੜੀ ਬ੍ਰਾਹਮਣਵਾਦ ਦੀ ਗੱਲ ਕਰਦੇ ਆ, ਅਸੀਂ ਜਾਤਪਾਤ ਦੀ ਗੱਲ ਕਰਦੇ ਆ, ਕਿ ਉੱਥੇ ਵੀ ਜਿਹੜੀਆਂ ਹੋਈਆਂ। ਵੈਸੇ ਕਹਿਣ ਨੂੰ ਤਾਂ ਵੀ ਸਿੱਖੀਜ਼ਮ 'ਚ ਕੋਈ ਜਾਤ ਪਾਤ ਨਹੀਂ, ਅਲੱਗ-ਅਲੱਗ ਕਾਸਟਾਂ ਦੇ ਗੁਰਦੁਆਰੇ ਬਣੇ ਹੋਏ ਨੇ। ਇਹ ਮਤਲਬ ਜੋ ਗਰਾਊਂਡ ਰਿਐਲਿਟੀ ਹੈ ਉਹ ਇਹ ਨਹੀਂ ਹੈ। ਤੁਸੀਂ ਕਲੀਨ ਚਿੱਟ ਦਿਓ, ਤੁਸੀਂ ਗ੍ਰੀਨ ਚਿੱਟ ਦਿਓ, ਜਿਹੜੀ ਮਰਜ਼ੀ ਚਿੱਟ ਦਿਓ ਮੰਤਰੀ ਨੂੰ, ਲੇਕਿਨ ਬੱਚਿਆਂ ਦੇ ਵਜ਼ੀਫੇ ਕਿਉਂ ਰੋਕੇ ਆ? ਜੇ ਤੁਸੀਂ ਆਪਣੇ ਦਲਿਤਾਂ ਨੂੰ ਵਜ਼ੀਫੇ ਨਹੀਂ ਦਿਓਗੇ, ਬੱਚੇ ਪੜ੍ਹਨਗੇ ਕਿਵੇਂ? ਜੇ ਉਹਨਾਂ ਨੂੰ ਡਿਗਰੀਆਂ ਨਹੀਂ ਮਿਲਣਗੀਆਂ, ਬੱਚੇ ਨੌਕਰੀ ਕਿਵੇਂ ਲੱਗਣਗੇ? ਸੋ ਇਹ ਜਿਹੜਾ ਅਨਿਆਂ ਆ, ਇਹ ਪੰਜਾਬ ਸਰਕਾਰ 35% ਪੰਜਾਬ ਦੀ ਦਲਿਤ ਵਸੋਂ ਨਾਲ ਕਰ ਰਹੀ ਹੈ। ਹਾਥਰਸ ਦੇ ਵਿੱਚ ਗੈਂਗਰੇਪ ਹੋਇਆ, ਇਸ ਤੋਂ ਇਲਾਵਾ ਦਲਿਤ ਬੱਚਿਆਂ ਦੀ ਜਿਹੜੀ ਸਕਾਲਰਸ਼ਿਪ ਦਾ ਮਸਲਾ ਕਹੋ ਇੱਕ ਵੱਡਾ ਮੁੱਦਾ ਕਹੋ, ਉਸ ਮੁੱਦੇ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਕਿ ਪ੍ਰੋਟੈਸਟ ਜੋ ਹੈ ਉਹ ਇੱਥੇ ਜਾਰੀ ਹੈਗਾ। ਲਗਾਤਾਰ ਜਿਹੜੇ ਲੋਕ ਨੇ ਉਹ ਮੰਗ ਕਰ ਰਹੇ ਨੇ ਕਿ ਇੱਥੇ ਜੋ ਹੈ ਉਹ ਇਨਸਾਫ ਦੀ ਮੰਗ ਕੀਤੀ ਜਾ ਰਹੀ। ਉੱਥੇ ਕਹਿ ਰਿਹਾ ਕਿ ਹਾਥਰਸ ਜਿਹੜੇ ਰੇਪ ਪੀੜਤ ਆ ਗਈ ਉਹਨੂੰ ਇਨਸਾਫ ਮਿਲਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜੇ SC ST ਬੱਚੇ ਨੇ ਉਹਨਾਂ ਨੂੰ ਵੀ ਜੋ ਹੈ ਉਹ ਇਨਸਾਫ ਮਿਲਣਾ ਚਾਹੀਦਾ ਹੈ। ਇਸ ਮੁੱਦੇ ਨੂੰ ਲੈ ਕੇ ਲਗਾਤਾਰ ਜਿਹੜੇ ਹੈਗੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਇੱਥੇ ਕੀਤੀ ਜਾ ਰਹੀ ਹੈ। ਟ੍ਰੈਫਿਕ ਵੀ ਜੋ ਹੈ ਉਹ ਜਾਮ ਕੀਤਾ ਗਿਆ ਹੈਗਾ। ਟ੍ਰੈਫਿਕ ਤੁਸੀਂ ਦੇਖ ਰਹੇ ਹੋ ਕਿ ਰੋਕ ਕੇ ਲਗਾਤਾਰ ਪ੍ਰਦਰਸ਼ਨ ਜੋ ਨੇ ਉਹ ਕੀਤੇ ਜਾ ਰਹੇ ਨੇ। ਇਸ ਮਸਲੇ ਨੂੰ ਲੈ ਕੇ ਹੱਥਾਂ ਦੇ ਵਿੱਚ ਜੋ ਹੈ ਪੈਂਫਲੇਟ ਵੀ ਫੜੇ ਗਏ ਨੇ ਸਰਕਾਰ ਦੇ ਵਿਰੁੱਧ, ਤੇ ਲਗਾਤਾਰ ਜੋ ਹੈ ਉਹ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਦਲਿਤ ਬੱਚਿਆਂ ਦੀ ਜਿਹੜੀ ਸਕਾਲਰਸ਼ਿਪ ਹੈ ਉਹ ਜਾਰੀ ਕੀਤੀ ਜਾਵੇ। ਤੁਸੀਂ ਦੇਖਿਆ ਕਿ ਪ੍ਰੋਟੈਸਟ ਜਾਰੀ ਹੈ। ਰੋਡ ਤੇ ਵੀ ਜਿਹੜਾ ਹੈਗਾ ਲੋਕਾਂ ਨੂੰ ਪੈਂਫਲੇਟ ਦਿਖਾਏ ਗਏ ਨੇ। ਆਖਰਕਾਰ ਕਿਹੜੇ ਮੁੱਦਿਆਂ ਨੂੰ ਲੈ ਕੇ ਸੜਕਾਂ ਤੇ ਨੇ, ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਡਾਕਟਰ ਸਾਹਿਬ, ਕਿਹੜੇ ਮਸਲਿਆਂ ਨੂੰ ਲੈ ਕੇ ਜਿਹੜਾ ਤੁਸੀਂ ਸੜਕ ਤੇ? ਦੇਖੋ ਜੀ, ਸਾਡੇ ਸਾਹਮਣੇ 2 ਮੁੱਦੇ ਨੇ, ਦੋਨੇ ਦਲਿਤਾਂ ਨਾਲ ਸੰਬੰਧਿਤ ਨੇ, ਵੈਸੇ ਮਨੁੱਖਤਾ ਨਾਲ ਸੰਬੰਧਿਤ ਨੇ। ਇੱਕ ਤਾਂ ਦਲਿਤਾਂ ਨੂੰ ਸਕਾਲਰਸ਼ਿਪ ਮਿਲਦਾ, ਜਿਹੜੇ ਬੱਚਿਆਂ ਦੀ 2.5 ਲੱਖ ਤੋਂ ਪਰਿਵਾਰ ਦੀ ਆਮਦਨ ਘੱਟ ਹੋਵੇ, ਉਹਨਾਂ ਬੱਚਿਆਂ ਨੂੰ ਪਿਛਲੇ ਕਿੰਨੀਆਂ ਸਾਲਾਂ ਤੋਂ ਸਕਾਲਰਸ਼ਿਪ ਉਹਨਾਂ ਦਾ ਦੇਣ ਦੀ ਬਜਾਏ ਉਹਨਾਂ ਦੇ ਧੱਕੇ ਨਾਲ ਸਰਟੀਫਿਕੇਟ ਰੋਕੇ ਜਾਂਦੇ ਨੇ। ਪਹਿਲਾਂ ਉਹਨਾਂ ਤੋਂ ਫੀਸਾਂ ਲੈ ਲਈਆਂ ਜਾਂਦੀਆਂ ਨੇ, ਬਾਅਦ ਜਦ ਸਕਾਲਰਸ਼ਿਪ ਆ ਵੀ ਜਾਂਦਾ ਹੈ ਕਿਉਂਕਿ ਉਹ ਕਾਲਜਾਂ ਕੋਲ ਆਉਂਦਾ, ਉਹ ਉਹਨਾਂ ਨੂੰ ਉਹ ਫੀਸਾਂ ਵੀ ਵਾਪਸ ਨਹੀਂ ਕਰਦੇ ਜਿਹੜੀਆਂ ਉਹਨਾਂ ਨੇ ਮੁਜਰਾ ਲਈਆਂ ਹੁੰਦੀਆਂ ਨੇ। ਤੇ ਉਸ ਤੋਂ ਬਾਅਦ ਉਹਨਾਂ ਦੇ ਸਰਟੀਫਿਕੇਟ ਇਸ ਤਰ੍ਹਾਂ ਰੋਕ ਕੇ, ਜਿਹੜੇ ਕਿ ਇੱਕ ਫੌਜਦਾਰੀ ਗੱਲ ਹੈ, ਸਰਟੀਫਿਕੇਟ ਰੋਕ ਹੀ ਨਹੀਂ ਸਕਦੇ। ਇਹਨਾਂ ਦਾ ਸਰਕਾਰ ਨਾਲ ਜਾਂ ਬੱਚੇ ਨਾਲ ਜੇ ਕੋਈ ਪੈਸਿਆਂ ਦਾ ਝਗੜਾ ਹੈ, ਇਹ ਦੌਰਾਨੀ ਮੁਕੱਦਮਾ ਕਰ ਦੇਣ ਆਪਦਾ। ਇਹਨਾਂ ਨੂੰ ਸਰਟੀਫਿਕੇਟ ਰੋਕ ਕੇ ਫੌਜਦਾਰੀ ਕਰ ਰਹੇ ਨੇ, ਪਰ ਸਰਕਾਰ ਕੋਈ ਸਜ਼ਾ ਨਹੀਂ ਇਹਨਾਂ ਨੂੰ ਦਿੰਦੀ। ਕਿਉਂ ਨਹੀਂ ਦਿੰਦੀ? ਕਿਉਂਕਿ ਦਲਿਤ ਬੱਚੇ ਗਰੀਬ ਨੇ, ਉਹ ਟੱਕਰ ਨਹੀਂ ਦੱਸ ਸਕਦੇ 2.5 ਲੱਖ ਕਿਹੜੀ ਆਮਦਨ ਹੁੰਦੀ ਅੱਜ ਕੱਲ੍ਹ, ਉਹ ਨਹੀਂ ਬੋਲ ਸਕਦੇ। ਪਰ ਇਹ ਜਿਹੜੇ ਇੰਸਟੀਟਿਊਸ਼ਨਾਂ ਵਾਲੇ ਨੇ, ਇਹ ਸਾਰੇ, ਚਾਹੇ ਕਾਂਗਰਸੀ ਨੇ, ਚਾਹੇ ਅਕਾਲੀ ਨੇ, ਚਾਹੇ BJP ਹੈ, ਚਾਹੇ ਕੋਈ ਹੋਰ ਨੇ, ਇਹਨਾਂ ਸਾਰਿਆਂ ਦੇ ਕਿਤੇ ਨਾ ਕਿਤੇ ਚਾਚੇ ਤਾਏ ਮਾਮੇ ਫੁੱਫੇ ਹੀ ਨੇ, ਇਹਨਾਂ ਦੀ ਆਪਦੀਆਂ ਇੰਸਟੀਟਿਊਸ਼ਨ ਨੇ। ਸੋ ਇਸ ਕਰਕੇ ਇੰਸਟੀਟਿਊਸ਼ਨਾਂ ਨੂੰ ਪ੍ਰੋਟੈਕਟ ਕਰਦੇ ਨੇ। ਜਿੰਨਾ ਵਜ਼ੀਫਾ ਆਉਂਦਾ ਹੈ, ਜੇ ਉਹਨਾਂ ਹਰ ਦਲਿਤ ਬੱਚੇ ਨੂੰ ਮਿਲ ਜੇ ਤਾਂ ਪੰਜਾਬ ਦਾ ਕੋਈ ਗਰੀਬ ਦਲਿਤ, ਚਾਹੇ ਉਹ ਡਾਕਟਰ ਬਣਨਾ ਚਾਹੇ, ਚਾਹੇ ਇੰਜੀਨੀਅਰ ਬਣਨਾ ਚਾਹੇ, ਚਾਹੇ ਪ੍ਰੋਫੈਸਰ ਬਣਨਾ ਚਾਹੇ, ਚਾਹੇ ਉਹ PhD ਕਰਨੀ ਚਾਹੇ, ਚਾਹੇ ਉਹ IAS ਕਰਨਾ ਚਾਹੇ, ਉਹ ਰਹਿ ਨਹੀਂ ਸਕਦਾ, ਰੁਕ ਨਹੀਂ ਸਕਦਾ। ਮੇਰਾ ਨਿੱਜੀ ਤਜਰਬਾ ਹੈ ਕਿ ਇਹਨਾਂ ਬੱਚਿਆਂ ਨਾਲ ਅਸੀਂ ਇੱਕ ਵਾਰੀ ਹੜਤਾਲ ਕਰ ਰਹੇ ਸੀ 81 'ਚ, ਉਹਨਾਂ ਨੇ ਰਾਤਾ ਵੀ ਤਾਂ ਦਲਿਤ ਐਵੇਂ ਇਕੱਠੇ ਹੋਏ ਨੇ, ਇਹ ਤਾਂ ਪੜ੍ਹਦੇ ਨਹੀਂ। ਅਸੀਂ ਦੂਜੇ ਦਿਨ ਲਿਸਟ ਲਾਤੀ ਵੀ ਆ ਤੁਹਾਡੇ ਬਾਪ, ਮੈਨੂੰ ਕਹਿਣਾ ਨਹੀਂ ਚਾਹੀਦਾ ਵੀ ਆ ਤੁਹਾਡੇ ਬਾਪ ਦੇਖੋ ਮੈਰਿਟ, ਫਿਰ ਤੁਹਾਨੂੰ ਪਤਾ ਲੱਗੂ ਇਹਨਾਂ ਦੀ ਮੈਰਿਟ ਕੀ ਹੈ। ਠੀਕ ਹੈ, ਦਲਿਤ ਨੇ ਆ ਮੈਰਿਟ ਦੇਖੋ MBBS 'ਚ ਦਾਖਲੇ ਦੀ, ਆਹ ਸਾਡੇ ਨਾਲ ਕਰੋ ਮੁਕਾਬਲਾ ਜਿਹਨੇ ਕਰਨਾ। ਸੋ ਜਦ ਤੱਕ ਅਸੀਂ ਆਪਣੇ
ਜਿਹੜੇ ਪਹਿਲਾਂ ਹੀ ਅਸੀਂ ਜਿਨ੍ਹਾਂ ਨੂੰ ਦੱਬ ਰੱਖਿਆ ਹੈ, ਜੇ ਉਹਨਾਂ ਨੂੰ ਸਮਾਜ ਇਨਸਾਫ ਨਹੀਂ ਦੇਗਾ ਤਾਂ ਕਰੋਨਾ ਕਿੱਡਾ ਕੁ ਵਾਇਰਸ ਹੈ, ਸਾਰੀ ਦੁਨੀਆ ਹਿਲਾਤੀ, ਫਿਰ ਇਹ ਦੁਨੀਆ ਹਿਲਾਣਗੇ ਔਰ ਹਿਲਾਣੀ ਪਏਗੀ, ਹੋਰ ਕੋਈ ਤਰੀਕਾ ਨਹੀਂ ਹੈ। ਦੂਜਾ, ਇੱਕ ਦਲਿਤ ਬੇਟੀ ਦਾ ਰੇਪ ਹੁੰਦਾ ਹੈ, 4 ਠਾਕਰ ਉਹਦਾ ਰੇਪ ਕਰਦੇ ਨੇ, ਜਿਹੜਾ ਮੰਤਰੀ ਹੈ, ਜਿਹੜਾ ਏਡੀਜੀਪੀ ਹੈ, ਏਡੀਜੀਪੀ ਕਹਿੰਦਾ ਰੇਪ ਨਹੀਂ ਹੋਇਆ ਕਿਉਂਕਿ ਉਹਦੇ 'ਚ ਸੀਮਨ ਨਹੀਂ ਲੱਭਿਆ। ਉਸ ਏਡੀਜੀਪੀ ਨੂੰ ਸਸਪੈਂਡ ਕਰਕੇ ਉਹ 'ਤੇ ਕ੍ਰਿਮੀਨਲ ਕੇਸ ਦਰਜ ਕਰਨਾ ਚਾਹੀਦਾ। ਕਿਉਂ? ਕਿਉਂਕਿ ਰੇਪ ਦੀ ਡੈਫੀਨੇਸ਼ਨ ਹੀ ਨਹੀਂ ਵੀ ਉਹਦੇ ਸੀਮਨ ਜ਼ਰੂਰ ਲੱਭੇ। ਅਗਲੀ ਗੱਲ, ਜਿਹੜਾ ਉਹ ਟੈਸਟ ਕਰਿਆ ਉਹ 11 ਦਿਨ ਬਾਅਦ ਕਰਿਆ, 5 ਦਿਨ ਬਾਅਦ ਟੈਸਟ ਕਰਨਾ ਹੁੰਦਾ, ਵੱਧ ਤੋਂ ਵੱਧ 5 ਦਿਨ ਦੇ ਵਿੱਚ। ਫਿਰ ਜਿਹੜੀ ਮੈਡੀਕਲ ਬੋਰਡ ਦੀ ਰਿਪੋਰਟ ਆ ਉਹਦੀ ਪੋਸਟਮਾਰਟਮ ਦੀ, ਉਹਦੇ ਉੱਤੇ ਉਹਦੇ ਪ੍ਰਾਈਵੇਟ ਪਾਰਟ 'ਤੇ ਇੰਜਰੀ ਹੋਈ ਹੈ। ਸੋ ਜੇ ਕਿਸੇ ਨੇ ਕੋਈ ਪੀਨਸ, ਕੋਈ ਉਂਗਲ, ਕੋਈ ਡੱਕਾ ਕਿਸੇ ਔਰਤ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ, ਛੱਡੋ ਤੁਸੀਂ ਨੀਚੇ ਛਾਤੀ 'ਤੇ ਵੀ ਹੱਥ ਲਾਇਆ ਹੋਵੇ, ਇਹ ਵੀ ਰੇਪ ਦਾ ਮੰਨਿਆ ਜਾਂਦਾ। ਠੀਕ ਹੈ, ਇਹ ਹੈਗਾ, ਉਹਦੇ ਸਬੂਤ ਹੋਣ ਦੇ ਬਾਵਜੂਦ ਇਹ ਝੂਠ ਬੋਲ ਰਹੇ ਨੇ ਕਿਉਂਕਿ ਲੜਕੀ ਦਲਿਤਾਂ ਦੀ ਹੈ। ਜਿਹੜੇ ਉੱਥੇ ਦਲਿਤ ਪ੍ਰੋਟੈਸਟ ਕਰਨ ਜਾਂਦੇ ਨੇ ਜਾਂ ਉਹਨਾਂ ਦੇ ਸਮਰਥਕ ਜਾਂਦੇ ਨੇ, ਉਹਨਾਂ ਨੂੰ ਇਹ ਕੁੱਟਦੇ ਨੇ ਡਾਂਗਾਂ ਨਾਲ, ਚਾਹੇ ਉਹ ਜਿੱਡਾ ਮਰਜ਼ੀ ਉੱਚਾ ਨੇਤਾ ਹੋਵੇ। ਪਰ ਜਿਹੜੇ ਇਹਨਾਂ ਦੇ ਗੁੰਡੇ ਨੇ, ਬਦਮਾਸ਼ ਨੇ ਠਾਕਰਾਂ ਦੇ, ਉਹ ਬੈਠ ਕੇ ਉੱਥੇ ਨਾਅਰੇ ਲਾਉਂਦੇ ਨੇ, ਚੈਲੰਜ ਕਰਦੇ ਨੇ ਵੀ ਆਓ ਸਾਡੇ ਸਾਹਮਣੇ। ਜੇ ਦਲਿਤ ਉੱਠ ਕੇ ਉਹਦੇ ਕਹਿੰਦਾ ਵੀ ਆਜੋ ਦੇਖੀ ਜਾਊ, ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਜਿੱਦੇ ਦਲਿਤ ਦੇਸ਼ ਦਾ ਉੱਠ ਖੜੇ ਨਾ, ਇਹ ਠਾਕਰਾਂ ਨੂੰ ਕੁੱਟ-ਕੁੱਟ ਸਿੱਧੇ ਕਰ ਦੂਗਾ। ਅਜੇ ਉਹ ਉੱਠਿਆ ਨਹੀਂ ਹੈ, ਉਹਦੇ 'ਚ ਉੱਠੋ ਉਹਦੇ ਕੋਲ ਪਹਿਲਾਂ ਹੀ ਕੁਛ ਨਹੀਂ ਹੈ। ਜਿੱਦੇ ਉਹ ਲੜਨ ਲੱਗ ਗਿਆ, ਸੋ ਉਹਦੇ ਨਾਲ ਜ਼ਿਆਦਤੀ ਹੋਈ ਹੈ। 3 ਲੜਕੀਆਂ ਨਾਲ ਹੋਰ ਜ਼ਿਆਦਤੀ ਹੋ ਗਈ। ਮੈਨੂੰ ਕੋਈ ਬੰਦਾ ਦੱਸੇ, ਮੈਂ ਪਹਿਲਾਂ ਜਦ ਔਰਤਾਂ ਸੜਦੀਆਂ ਸੀ, ਮੈਂ ਕਿਹਾ ਵੀ ਨੂੰਹਾਂ ਹੀ ਕਿਉਂ ਸੜਦੀਆਂ ਨੇ, ਧੀਆਂ ਕਿਉਂ ਨਹੀਂ ਸੜਦੀਆਂ। ਹੁਣ ਮੇਰਾ ਸਵਾਲ ਇਹ ਹੈ ਵੀ ਦਲਿਤਾਂ ਦੀਆਂ ਕੁੜੀਆਂ ਦਾ ਹੀ ਰੇਪ ਕਿਉਂ ਹੁੰਦਾ ਹੈ, ਠਾਕਰਾਂ ਦੀਆਂ ਦਾ ਕਿਉਂ ਨਹੀਂ ਹੁੰਦਾ? ਹਾਲਾਂਕਿ ਕਿਤੇ ਕਿਤੇ ਉਹ ਵੀ ਹੁੰਦਾ। ਅੱਜ ਜਿਹੜੀ ਦਿੱਲੀ ਦੇ ਵਿੱਚ ਸੀ, ਪਰ ਜਦ ਉਹਨਾਂ ਦਾ ਹੁੰਦਾ ਨਾ, ਉਦੋਂ ਘਕਾੜ ਪੈ ਜਾਂਦਾ, ਉਦੋਂ ਸਾਰੀ ਪੁਲਿਸ ਸਾਰੇ ਉੱਠ ਖੜ੍ਹਦੇ ਨੇ। ਪਰ ਜਦ ਦਲਿਤਾਂ ਦਾ ਹੁੰਦਾ ਹੈ, ਉਹ ਕਹਿੰਦੇ ਤਕੜੇ ਦੀ ਜੋੜੋ ਸਭ ਦੀ ਚਾਚੀ ਤੇ ਮਾੜੇ ਦੀ ਜੋੜੋ ਸਭ ਦੀ ਭਾਬੀ। ਇਹਨਾਂ ਦਾ ਇਹ ਹਾਲ। ਦੇਖੋ, ਜਿਸ ਤਰ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਰਹੀ ਹੈ ਰੇਪ ਕੇਸ ਦੇ ਵਿੱਚ, ਜਿਸ ਤਰ੍ਹਾਂ ਕੁੜੀ ਦਾ ਧੱਕੇ ਨਾਲ ਸੰਸਕਾਰ ਕੀਤਾ ਗਿਆ, ਇਹ ਸਿਰਫ ਪ੍ਰਸ਼ਾਸਨ ਸ਼ਹਿ ਦੇ ਰਿਹਾ ਜਾਂ ਉੱਪਰੋਂ ਸਰਕਾਰ ਦਾ ਪੂਰੀ ਤਰ੍ਹਾਂ ਇਸ਼ਾਰਾ? ਇਹ ਪੋਲੀਟੀਕਲ ਸ਼ਹਿ ਹੈ, ਇਹ ਪੋਲੀਟੀਕਲ ਸ਼ਹਿ ਹੈ। ਪ੍ਰਸ਼ਾਸਨ ਉਹਦੇ ਥੱਲੇ ਲੱਗਿਆ ਹੋਇਆ ਹੈ। ਇਹ ਜਿਹੜਾ ਰਾਤ ਨੂੰ ਸੰਸਕਾਰ ਕਰਿਆ, ਇਹ ਕਦੇ ਇਹਨਾਂ ਦੇ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਧਰਮ ਦੇ ਹਾਂ, ਹਿੰਦੂ ਧਰਮ ਦੇ ਵਿੱਚ ਰਾਤ ਨੂੰ ਸੰਸਕਾਰ ਨਹੀਂ ਕਰਿਆ ਜਾ ਸਕਦਾ। ਮੈਂ ਡਾਕਟਰ ਰਿਹਾ, ਮੇਰੇ ਕੋਲ ਰਿਕੁਐਸਟ ਕਰਦੇ ਸੀ ਲੋਕ ਕਿ ਜੀ ਜਲਦੀ ਪੋਸਟਮਾਰਟਮ ਕਰਾ ਦਿਓ, ਕਿਉਂਕਿ ਮੈਂ ਤਾਂ ਮਾਰਕ ਹੀ ਕਰਨਾ ਹੁੰਦਾ ਵੀ ਤਾਂ ਕਿ ਸੂਰਜ ਖੜੇ ਅਸੀਂ ਸੰਸਕਾਰ ਕਰ ਸਕੀਏ, ਵਿਲੇ ਲਾ ਦਈਏ। ਇਹਨਾਂ ਨੇ ਰਾਤ ਨੂੰ ਕਰਿਆ। ਨੰਬਰ 2, ਇਹਨਾਂ ਨੇ ਮੁੱਦਾ ਖਤਮ ਕਰਿਆ ਕ੍ਰਿਮੀਨਲ ਲਾ। ਇਹ ਕਹਿੰਦਾ ਸੈਕਸ਼ਨ 200 201 IPC ਇੰਡੀਅਨ ਪੀਨਲ ਕੋਡ ਦੇ ਵਿੱਚ ਕਿ ਜਿਹੜਾ ਮੁੱਦਾ ਖਤਮ ਕਰਦਾ ਉਹਦੇ ਤੇ ਕ੍ਰਿਮੀਨਲ ਕੇਸ ਦਰਜ ਹੋਵੇ। ਇਹਨਾਂ ਸਾਰੇ ਪੁਲਿਸ ਅਧਿਕਾਰੀਆਂ ਤੇ, ਇਹਨਾਂ ਦੇ DC ਤੇ DM ਤੇ, ਇਹਨਾਂ ਦੇ ADGP ਦੇ ਕੇਸ ਸਮੇਤ ਜੋਗੀ ਦੇ, ਕਿਉਂਕਿ ਚੀਫ ਮਿਨਿਸਟਰ ਹੈ, ਇਹਨਾਂ ਤੇ ਕ੍ਰਿਮੀਨਲ ਕੇਸ ਰਜਿਸਟਰ ਹੋਣੇ ਚਾਹੀਦੇ। ਜਿਸ ਤਰ੍ਹਾਂ ਉਹਨਾਂ ਦੇ ਘਰ ਨੂੰ ਸੀਲ ਕੀਤਾ ਗਿਆ, ਲੜਕੀ ਦੇ ਨੂੰ ਕਿਸੇ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਮੀਡੀਆ ਨੂੰ ਵੀ ਆਉਣ ਦਿੱਤਾ ਜਾ ਰਿਹਾ, ਕੀ ਪਰਿਵਾਰ ਨੂੰ ਦਬਾਇਆ ਜਾ ਰਿਹਾ ਕਿ ਪਰਿਵਾਰ ਨੂੰ ਬਿਲਕੁਲ ਬੁਰੀ ਤਰ੍ਹਾਂ ਦਬਾਇਆ ਜਾ ਰਿਹਾ? ਉਹ ਤਾਂ DM ਦੀ ਰਿਪੋਰਟ ਆ ਗਈ, ਕਹਿੰਦਾ ਮੀਡੀਆ ਵਾਲੇ 4 ਦਿਨਾਂ ਬਾਅਦ ਚਲੇ ਜਾਣਗੇ, ਤੁਹਾਡੇ ਸਮਰਥਕ ਚਲੇ ਜਾਣਗੇ। ਜਿਹੜਾ ਤੁਹਾਨੂੰ 4.5 ਲੱਖ ਅਸੀਂ ਦੇਤਾ, 5.5 ਲੱਖ ਹੋਰ ਦੇਣ ਨੂੰ ਚਾਹ ਰਹੇ, ਲੈ ਲਓ ਤੇ ਚੁੱਪ ਕਰ ਜਾਓ, ਨਹੀਂ ਅਸੀਂ ਤੁਹਾਨੂੰ ਦੇਖਾਂਗੇ। ਇਦੋਂ ਵੱਡੀ ਥ੍ਰੈਟ ਕੀ ਹੋ ਸਕਦੀ ਹੈ? ਫਿਰ ਜਦ ਇਹ ਥ੍ਰੈਟ ਤੋਂ ਨਹੀਂ ਦਵੇ, ਉਹ ਨਹੀਂ ਦਵੇ, ਹਾਲਾਂਕਿ ਉਹ ਬਹੁਤ ਗਰੀਬ ਨੇ, ਫਿਰ ਇਹਨਾਂ ਦੇ ਠਾਕਰ ਗੁੰਡੇ ਬੈਠ ਕੇ, ਤੁਸੀਂ ਵੀਡੀਓ ਦਿਖਾ ਸਕਦਾ ਮੈਂ ਤੁਹਾਨੂੰ, ਉਹ ਚੈਲੰਜ ਕਰਦੇ ਨੇ, ਗਾਲਾਂ ਕੱਢਦੇ ਨੇ, ਪੁੱਠਾ ਬੋਲਦੇ ਨੇ, ਹਮ ਠਾਕਰ ਹੈ। ਠਾਕਰਾਂ ਤਾਂ ਤੈਨੂੰ ਰੇਪ ਕਰਨ ਦਾ ਅਧਿਕਾਰ ਮਿਲ ਗਿਆ, ਅਸੀਂ ਨਹੀਂ ਅੱਖ ਕੱਢਣਾ ਜਾਣਦੇ। ਜੇ ਉਹ ਸਾਨੂੰ ਕਹਿੰਦੇ ਨੇ ਅਸੀਂ ਵੀ ਜਾਣਦੇ ਹਾਂ। ਸੋ ਇਸ ਕਰਕੇ ਇਹ ਲੜਾਈ ਲੰਬੀ ਲੜਾਈ ਹੈ, ਲੜਨੀ ਪਏਗੀ, ਪਰ ਇਹ ਜ਼ਿਆਦਤੀ ਚੱਲੀ ਨਹੀਂ। ਪੰਜਾਬ 'ਚ SC ST ਬੱਚਿਆਂ ਦਾ ਜਿਹੜਾ ਮਸਲਾ ਗਾ, ਇਹ ਇਸੇ ਸਰਕਾਰ 'ਚ ਹੁਣ ਉਜਾਗਰ ਹੋਇਆ। ਇਹ ਚੱਲ ਕਦੋਂ ਕਰ ਰਿਹਾ ਹੈਗਾ? 2011-12 ਤੋਂ ਇਹ ਚੱਲ ਰਿਹਾ ਹੈ। 2015-16 ਦੇ ਵਿੱਚ 106 ਕਰੋੜ ਰੁਪਇਆ ਝੂਠਾ ਕਲੇਮ ਕਰਿਆ, ਇੰਸਟੀਟਿਊਸ਼ਨਾਂ ਨੇ ਫੜਿਆ ਗਿਆ। ਉਹਨਾਂ ਨੇ 14-15-16 ਤੋਂ ਐਡਜਸਟ ਕਰਿਆ, ਨਹੀਂ ਲਏ ਪੈਸੇ ਫਿਰ ਸਰਕਾਰ ਤੋਂ। ਫਿਰ 505 ਕਰੋੜ ਰੁਪਇਆ 2016 ਚ ਫੜਿਆ ਗਿਆ। ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਨੇ 2016 ਦੀ ਰਿਟਨ ਰਿਪੋਰਟ ਹੈ ਵੀ ਇੱਕੋ ਬੱਚੇ ਨੂੰ 2-2 ਜਗ੍ਹਾ ਤੇ ਬਿਠਾਇਆ ਦਿਖਾਇਆ, 2-2 ਜਗ੍ਹਾ ਤੇ ਇਮਤਿਹਾਨ ਦਿਖਾਇਆ ਉਸੇ ਸਮੇਂ ਤੇ, ਇੱਕੋ ਸਮੇਂ ਤੇ। ਇੱਕ ਬੱਚਾ ਉਹਦੇ ਮਹੱਲੀ 'ਚ ਵੀ ਇਮਤਿਹਾਨ ਦੇ ਰਿਹਾ, ਬਠਿੰਡੇ ਵੀ ਦੇ ਰਿਹਾ, ਉਹੀ 11 ਤੋਂ 2 ਤੱਕ। ਇਹ ਸੰਭਵ ਹੈ ਕਿਤੇ? ਇਹ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਦੀ ਰਿਪੋਰਟ ਦੇ ਵਿੱਚ ਹੈ, ਪਰ ਇਹਨਾਂ 'ਤੇ ਕੋਈ ਕੇਸ ਦਰਜ ਨਹੀਂ ਕਰਦਾ, ਕਿਉਂਕਿ ਇਹ ਸਾਰੀਆਂ ਇੰਸਟੀਟਿਊਸ਼ਨਾਂ ਕਾਂਗਰਸੀਆਂ ਦੀਆਂ, ਅਕਾਲੀਆਂ ਦੀਆਂ, BJP ਵਾਲਿਆਂ ਦੀਆਂ, ਬਾਕੀਆਂ ਦੀਆਂ ਨੇ। ਇਸ ਕਰਕੇ ਇਹਨਾਂ ਨੂੰ ਕੋਈ ਨਹੀਂ ਕੁਝ ਕਹੇਗਾ। ਬੱਚੇ ਗਰੀਬ ਨੇ, ਉਹਨਾਂ ਦੇ ਹੱਕ 'ਚ ਕੋਈ ਖੜਦਾ ਨਹੀਂ। ਅੱਜ ਅਸੀਂ ਉਹਨਾਂ ਦੇ ਹੱਕ 'ਚ ਹਾਂ। ਪਰ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਮੰਤਰੀ ਕਹਿੰਦਾ ਅਫਸਰਸ਼ਾਹੀ ਨੇ ਆਪੇ ਕਰਤਾ, ਡਾਇਰੈਕਟੋਰੇਟ ਪੈਸੇ ਜਾਰੀ ਕਰਦੀ ਹੈ, ਮੇਰਾ ਤਾਂ ਕੋਈ ਲੈਣ ਦੇਣ ਹੀ ਨਹੀਂ। ਦੇਖੋ, ਜਿੱਥੋਂ ਤੱਕ ਸਵਾਲ ਹੈ ਮੰਤਰੀ ਨੇ ਕੀ ਕਰਿਆ ਕੀ ਨਹੀਂ ਕਰਿਆ, ਇੱਕ ਪਾਸੇ 3 IAS ਅਫਸਰਾਂ ਨੇ ਰਿਪੋਰਟ ਦਿੱਤੀ ਹੈ, ਇੱਕ ਪਾਸੇ ਇੱਕ ਉਸ IAS ਅਫਸਰ ਨੇ ਰਿਪੋਰਟ ਦਿੱਤੀ ਹੈ ਜਿਹਨੂੰ ਆਪ ਨੂੰ ਹੁਣੀ 2017 'ਚ ਸਜ਼ਾ ਹੋ ਕੇ ਹਟੀ ਹੈ।
ਜਿਹਦੇ ਹਰ ਥਾਂ ਤੇ ਅਪੀਲ ਰਿਜੈਕਟ ਹੋ ਗਈ। ਔਰ ਇਹੀ ਸਰਕਾਰ ਜਿਹੜੀ, ਕਿਉਂਕਿ ਕੇਂਦਰ ਸਰਕਾਰ ਇਹਨਾਂ ਦੀ ਪਨਿਸ਼ਿੰਗ ਅਥਾਰਟੀ ਹੈ, ਮੋਦੀ ਸਾਹਿਬ ਦੇ ਦਸਤਖਤ ਨਾਲ, ਪ੍ਰਾਈਮ ਮਿਨਿਸਟਰ ਦੇ ਦਸਤਖਤ ਨੇ, ਉਹਨੂੰ ਸਜ਼ਾ ਮਿਲੀ ਹੈ। ਫਿਰ ਉਹ ਕੈਟ ਦੇ ਵਿੱਚ ਗਿਆ, ਕੈਟ 'ਚ ਜਸਟਿਸ MS ਸੂਡਰ ਕੈਟ ਦੇ ਚੇਅਰਮੈਨ ਸੀ, ਉਹਨਾਂ ਨੇ ਉਹ ਅਪੀਲ ਰਿਜੈਕਟ ਕਰੀ ਹੈ। ਉਹ ਅਧਿਕਾਰੀ ਕਹਿੰਦਾ ਹੈ ਵੀ 9 ਮਹੀਨਿਆਂ 'ਚ ਸਿਰਫ ਘਪਲਾ ਹੋਇਆ, ਉਦੋਂ ਪਹਿਲਾਂ ਸਾਰਾ ਹੀ ਠੀਕ ਸੀ। ਜਦ ਕਿ ਉਹਦੀ ਆਪਣੀ 31 ਪੇਜ ਦੀ ਰਿਪੋਰਟ, ਜਿਹਦੇ ਵਿੱਚ 106 ਕਰੋੜ ਮੈਂ ਤੁਹਾਨੂੰ ਦੱਸਿਆ, 505 ਕਰੋੜ ਦੱਸਿਆ, ਇਹ ਸਾਰਾ ਕੁਝ ਉਹਦੀ ਆਪਦੀ ਰਿਪੋਰਟ 'ਚ ਹੈ। ਉਹਦੀ ਆਪਦੀ ਰਿਪੋਰਟ 'ਚ ਕਿ 4 ਅਕਾਊਂਟ ਖੋਲ੍ਹੇ ਹੋਏ ਨੇ, ਪਰ ਉਹਨੇ ਇਹ ਦੱਸਿਆ ਨਹੀਂ ਵੀ ਇਹ ਕਦ ਦੇ ਖੋਲ੍ਹੇ ਹੋਏ ਨੇ, ਕਿਉਂਕਿ ਉਹ ਜਾਣਬੁੱਝ ਕੇ ਇੱਕ ਅਧਿਕਾਰੀ ਨਾਲ ਉਹਦੀ ਲੜਦੀ ਹੋਣੀ ਹੈ। ਉਹ ਅਧਿਕਾਰੀ ਮਾੜਾ ਚੰਗਾ ਇਸ ਲਈ ਮੈਂ ਜਾ ਰਿਹਾ। ਫਿਰ ਉਸਨੇ ਕੀ ਕਿਹਾ? ਉਸਨੇ ਕਿਹਾ ਕਿ ਮੈਂ 51 ਕਰੋੜ ਰੁਪਈਆ ਦਲਿਤਾਂ ਦੇ ਬੱਚਿਆਂ ਦੇ ਜਿਹੜੇ ਪਰਸਨਲ ਖਰਚਿਆਂ ਵਾਸਤੇ ਦਿੱਤਾ ਸੀ, ਉਹ ਮੈਂ ਵੰਡਤਾ 9 ਮਹੀਨਿਆਂ 'ਚ। ਉਹਨੇ ਅੱਜ ਤੱਕ ਇੱਕ ਲਿਸਟ ਨਹੀਂ ਦਿਖਾਈ ਵੀ ਕਿਹੜੇ ਬੱਚਿਆਂ ਨੂੰ ਵੰਡਿਆ ਹੈ, ਕਿਉਂਕਿ ਉਹ ਤਾਂ ਬੱਚੇ ਤਾਂ ਜਾ ਚੁੱਕੇ, ਉਹਨਾਂ ਦੇ ਕਿੱਥੋਂ ਤਾਂ ਐਡਰੈਸ ਲਏ ਨੇ, ਕਿੱਥੇ ਤਾਂ ਵੰਡਿਆ ਦੱਸ ਦੇਵੇ, ਦੇ ਲਿਸਟਾਂ ਵੀ ਇਹਨਾਂ ਨੂੰ ਵੰਡਿਆ, ਕਿਉਂਕਿ ਉਹਦੇ ਵਾਸਤੇ ਬਹੁਤ ਕੰਟਰੋਵਰਸ਼ੀਅਲ ਹੈ। ਸੋ ਇਹਦਾ ਹੱਲ ਕੀ ਹੈ? ਹੁਣ ਤੁਸੀਂ ਕਹੋਗੇ ਆਪਾਂ ਤਾਂ ਸਾਰਿਆਂ ਨੂੰ ਕਹੀ ਜਾਂਦੇ ਹਾਂ, ਜੁਡੀਸ਼ੀਅਲ ਇਨਕੁਆਇਰੀ ਹੋਵੇ, ਦੋਹਾਂ ਇਨਕੁਆਇਰੀਆਂ ਨੂੰ ਉਹਦੇ 'ਚ ਪਾਰਟ ਬਣਾਇਆ ਜਾਵੇ। ਬੱਚਿਆਂ ਨੂੰ ਅੱਜ ਹੀ, ਜੇ ਸਰਕਾਰ ਸੱਚੀ ਹੈ, ਪਹਿਲੀ ਗੱਲ ਜਿਨ੍ਹਾਂ ਨੇ ਸਰਟੀਫਿਕੇਟ ਰੋਕੇ ਹੋਏ ਨੇ ਉਹਨਾਂ ਸਰਟੀਫਿਕੇਟ ਤੁਰੰਤ ਰਿਲੀਜ਼ ਕਰੇ ਜਾਣ। ਇਹ ਫੌਜਦਾਰੀ ਹੈ, ਸਰਟੀਫਿਕੇਟ ਰੱਖਣ ਦਾ ਕੋਈ ਮਤਲਬ ਨਹੀਂ ਹੈ। ਸਰਟੀਫਿਕੇਟ ਬੱਚਿਆਂ ਦਾ ਰਿਲੀਜ਼ ਕਰੋ, ਪੈਸਿਆਂ ਦਾ ਆਪਦਾ ਦੀਵਾਨੀ ਮੁਕੱਦਮਾ ਕਰਦੇ ਰਹੋ, ਜਦ ਮਰਜੀ ਬੱਚਿਆਂ ਦਾ ਕੈਰੀਅਰ ਖਰਾਬ ਕਰਨ ਦਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ। ਪਰ ਮੁੱਖ ਮੰਤਰੀ ਸਾਹਿਬ ਆਪਣੀਆਂ ਕਮੇਟੀਆਂ ਬਣਾਉਂਦੇ ਨੇ, ਉਹ ਕਮੇਟੀਆਂ ਕਲੀਨ ਚਿੱਟ ਵੀ ਦੇ ਦਿੰਦੀਆਂ, ਕਹਿੰਦੇ ਸਾਰਾ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਰੋਜ਼ ਹੀ ਦੇਖਦੇ ਹੋ ਕੀ ਕਰਦੇ ਨੇ, ਉਹ ਤਾਂ ਲੋਕਾਂ ਨੂੰ ਲੱਭਦੇ ਵੀ ਨਹੀਂ ਹੈਗੇ। ਤੇ ਮੁੱਖ ਮੰਤਰੀ ਦਾ ਤਾਂ ਇੱਕ ਅਫਸਰ ਹੈ, ਉਹਦੇ ਬਿਨਾਂ ਉਹਦੀ ਸਰਕਾਰ ਨਹੀਂ ਚੱਲਦੀ। ਸੋ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਸੋ ਇਹ ਸਨ ਡਾਕਟਰ ਪਿਆਰੇ ਲਾਲ ਗਰਗ। ਤੁਸੀਂ ਦੇਖ ਰਹੇ ਹੋ ਕਿ ਪ੍ਰੋਟੈਸਟ ਜੋ ਹੈ ਉਹ SC ST ਭਾਈਚਾਰਾ ਜੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਵੋਟ ਬੈਂਕ ਹੈਗਾ, ਸਭ ਤੋਂ ਜ਼ਿਆਦਾ ਜਿਹੜੇ ਹੈਗੇ ਇਸ ਭਾਈਚਾਰੇ ਦੇ ਲੋਕ ਪੰਜਾਬ ਦੇ ਵਿੱਚ ਰਹਿੰਦੇ ਨੇ। ਪਰ ਜਦੋਂ SC ST ਬੱਚਿਆਂ ਦੀ ਐਜੂਕੇਸ਼ਨ ਦਾ ਮਸਲਾ ਆਉਂਦਾ ਹੈਗਾ, ਕਿਉਂਕਿ ਜਦੋਂ ਅਸੀਂ ਬਰਾਬਰਤਾ ਦੇ ਸਮਾਜ ਦੀ ਗੱਲ ਕਰਦੇ ਹਾਂ ਤਾਂ ਬਰਾਬਰਤਾ ਦਾ ਸਮਾਜ ਜੋ ਹੈ ਉਹ ਬਰਾਬਰ ਐਜੂਕੇਸ਼ਨ ਦੇ ਨਾਲ ਸਿਰਜਿਆ ਜਾ ਸਕਦਾ ਹੈ। ਪਰ ਇੱਥੇ ਲਗਾਤਾਰ ਜੋ ਹੈ ਉਹ SC ST ਬੱਚਿਆਂ ਦੀ ਸਕਾਲਰਸ਼ਿਪ ਦੇ ਘਪਲੇ ਦੀਆਂ ਗੱਲਾਂ ਆਉਂਦੀਆਂ ਨੇ, ਸਭ ਕੁਝ ਸਾਹਮਣੇ ਆਉਂਦਾ ਗਾ। ਪਰ ਕਮਿਸ਼ਨ ਬਣਾਏ ਜਾਂਦੇ ਨੇ, ਉਹਨਾਂ ਕਮਿਸ਼ਨਾਂ ਦੇ ਵਿੱਚ ਕਲੀਨ ਚਿੱਟਾਂ ਵੀ ਸਾਹਮਣੇ ਆਉਂਦੀਆਂ ਨੇ, ਪਰ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਦੀ ਜਿਹੜੀ ਹੈਗੀ ਉਹ ਕਿਤੇ ਦਿਖਾਈ ਨਹੀਂ ਦਿੰਦੀ। ਕੁਝ ਹੋਰ ਲੋਕਾਂ ਦੇ ਨਾਲ ਵੀ ਜਿਹੜੀ ਹੈਗੀ ਆ ਗੱਲਬਾਤ ਕਰਦੇ ਆ ਇਸ ਮਸਲੇ ਨੂੰ ਲੈ ਕੇ। ਤੁਸੀਂ ਇਸ ਪ੍ਰੋਟੈਸਟ ਤੱਕ ਹੀ ਸੀਮਿਤ ਰਹੋਗੇ ਜਾਂ ਅੱਗੇ ਵੀ ਜਿਹੜਾ ਹੈਗਾ ਦਲਿਤ ਬੱਚਿਆਂ ਦਾ ਮਸਲਾ ਗਾ, ਸਭ ਤੋਂ ਵੱਡਾ ਭਾਈਚਾਰਾ ਗਾ, ਤੇ ਜਦੋਂ ਅਸੀਂ ਬਰਾਬਰਤਾ ਦੇ ਸਮਾਜ ਦੀ ਗੱਲ ਕਰਦੇ ਹਾਂ ਤਾਂ ਐਜੂਕੇਸ਼ਨ ਜਿਹੜੀ ਹੈਗੀ ਉਹ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ। ਮੈਂ ਤੇ ਇਹਦੇ ਵਿੱਚ ਪੁਰਾਣੀ ਗੱਲ ਤੁਹਾਡੇ ਤੋਂ ਸ਼ੁਰੂ ਕਰਦਾ ਹਾਂ ਕਿ ਜਦੋਂ ਅਕਾਲੀ ਸਰਕਾਰ ਸੀ ਉਸ ਵੇਲੇ ਵੀ ਜਿਹੜਾ ਸਕਾਲਰਸ਼ਿਪ ਸੀ ਉਹਦਾ ਆਡਿਟ ਕਰਾਇਆ ਗਿਆ ਸੀ ਸੈਕਟਰੀ ਵੈਲਫੇਅਰ ਵੱਲੋਂ, ਔਰ ਉਹ ਆਡਿਟ ਦੀ ਰਿਪੋਰਟ ਜਿਹੜੀ ਸੀਗੀ ਉਹਦੇ ਵਿੱਚ ਸਾਰਾ ਸ਼ਰੇਆਮ ਆਇਆ ਸੀਗਾ ਕਿ ਜਿਹੜੇ ਇੰਸਟੀਚਿਊਟ ਹੈਗੇ ਆ ਜਿਨ੍ਹਾਂ ਨੇ ਇਹੋ ਗਲਤ ਕਲੇਮ ਕੀਤਾ ਆ, ਡਬਲ ਬੱਚੇ ਹੈ ਹੀ ਨਹੀਂ ਉੱਥੇ, ਉਹਨਾਂ ਦਾ ਜਿਹੜਾ ਸਕਾਲਰਸ਼ਿਪ ਹੈ ਉਹਨਾਂ ਨੇ ਕਲੇਮ ਕੀਤਾ ਸੀਗਾ, ਔਰ ਉਹ ਕਲੇਮ ਕੋਈ 100 ਕਰੋੜ ਤੋਂ ਉੱਤੇ ਸੀਗਾ। ਔਰ ਉਹ ਜਦੋਂ ਰਿਪੋਰਟ ਦਿੱਤੀ ਤੇ ਅਕਾਲੀ ਸਰਕਾਰ ਨੇ ਵੀ ਉਸ ਵੇਲੇ ਇਸ ਮਸਲੇ ਨੂੰ ਦਬਾਇਆ, ਕਿਸੇ ਦੇ ਅਗੇਂਸਟ FIR ਨਹੀਂ ਹੋਈ। ਜਦੋਂ ਕਿ ਹਰਿਆਣੇ ਵਿੱਚ ਔਰ ਹਿਮਾਚਲ ਦੇ ਵਿੱਚ ਉਹਨਾਂ ਸਰਕਾਰਾਂ ਨੇ ਜਦੋਂ ਉਹ ਇੰਸਟੀਚਿਊਟ ਉਹੀ ਹੈਗੇ ਆ, ਸਾਰੇ ਪਾਸੇ ਉਹੀ ਜਿਹੜੇ ਇੰਸਟੀਚਿਊਟ ਹੈ ਨਾ, ਜਿਹੜੇ ਧੋਖਾ ਕਰਨ ਵਾਲੇ ਆ, ਫਰਾਡ ਕਰਨ ਵਾਲੇ ਸ਼ਡਿਊਲ ਕਾਸਟ ਬੱਚਿਆਂ ਨਾਲ, ਉਹੀ ਇੰਸਟੀਚਿਊਟ ਹੈਗੇ ਆ, ਉੱਥੇ ਉਹਨਾਂ ਦੇ ਅਗੇਂਸਟ FIR ਦਰਜ ਹੋ ਗਈ, ਹਰਿਆਣੇ ਵਿੱਚ ਵੀ ਹੋ ਗਈ, ਪਰ ਪੰਜਾਬ ਦੇ ਵਿੱਚ ਅੱਜ ਤੱਕ ਨਹੀਂ ਹੋਈ। ਹੁਣ ਅਸੀਂ ਇਹ ਕਹਿੰਦੇ ਕਾਂਗਰਸ ਸਰਕਾਰ ਹੈ, ਕੋਈ ਵੀ ਸਰਕਾਰ ਹੈ, ਸਰਕਾਰ ਕੋਈ ਵੀ ਹੋਵੇ, ਗੱਲ ਸਿਰਫ ਐਡਮਿਨਿਸਟ੍ਰੇਸ਼ਨ ਦੀ ਹੈ, ਮਾਨਸਿਕਤਾ ਦੀ ਹੈ। ਮਾਨਸਿਕਤਾ ਇੰਨੀ ਭੈੜੀ ਬਣ ਚੁੱਕੀ ਹੈ ਸਰਕਾਰਾਂ ਦੀ ਕਿ ਉਹ ਚਾਹੁੰਦੇ ਆ ਕਿ ਦਲਿਤ ਬੱਚੇ ਪੜ੍ਹਨ ਤੋਂ ਬਿਲਕੁਲ ਨਕਾਰਾ ਹੀ ਹੋ ਜਾਣ, ਤਾਂ ਕਿ ਇਹਨਾਂ ਨੂੰ ਅੱਗੇ ਕਿਸੇ ਦਾ ਨਾਲ ਕੋਈ ਮੌਕਾ ਨਾ ਮਿਲੇ। ਔਰ ਇਹ ਜੋ ਸਮਾਜ ਦੇ ਵਿੱਚ ਜੋ ਕੁਝ ਥੋੜਾ ਬਹੁਤਾ ਡਾਕਟਰ ਸਾਹਿਬ ਦੀ ਮਿਹਰਬਾਨੀ ਦੇ ਨਾਲ ਕੁਝ ਹੋਇਆ, ਡਾਕਟਰ ਸਾਹਿਬ ਦੇ ਜੋ ਪੜ੍ਹ ਲਿਖ ਕੇ ਅੱਗੇ ਆਏ ਹੈ, ਇਹ ਕਹਿੰਦੇ ਕਿ ਉਹਨਾਂ ਨੂੰ ਉੱਥੇ ਹੀ ਦਬਾਇਆ ਜਾਵੇ। ਇਸ ਤਰ੍ਹਾਂ ਯੂਪੀ ਦੇ ਵਿੱਚ ਜਿਹੜਾ ਗੈਂਗਰੇਪ ਵੀ ਹੋਇਆ ਹੈਗਾ, ਉਹ ਵੀ ਇਸੇ ਹੀ ਮਾਨਸਿਕਤਾ ਦੀ ਜਿਹੜੀ ਇੱਕ ਝਲਕ ਹੈਗੀ ਹੈ, ਉਹੀ ਮਾਨਸਿਕਤਾ ਅੱਗੇ ਤੋਂ ਅੱਗੇ ਚੱਲੀ ਜਾਂਦੀ ਹੈ। ਉਹ ਲੜਕੀ ਦਲਿਤ ਹੈ, ਦਲਿਤ ਦੇ ਨਾਲ ਲੜਕੀ ਵੀ ਹੈ, ਦਲਿਤ ਵੀ ਹੈ, ਉਹਦਾ ਜਿਹੜਾ ਰੇਪ ਹੋਇਆ ਉਹ ਮਾਨਸਿਕਤਾ ਜਿਹੜੀ ਸੰਸਕ੍ਰਿਤੀ ਸਾਡੀ ਮਨੁਸਮ੍ਰਿਤੀ ਵਿੱਚ ਜਿਹੜੀ ਮਾਨਸਿਕਤਾ ਰੱਖੀ ਹੈ ਕਿ ਔਰਤਾਂ ਦੇ ਖਿਲਾਫ ਅਤਿਆਚਾਰ ਕਰ ਰਹੇ ਹੈ, ਤੇ ਜੇ ਕੋਈ ਦਲਿਤ ਔਰਤ ਹੈ ਤੇ ਉਹਦਾ ਤਾਂ ਬਿਲਕੁਲ ਹੀ ਸਤਿਆਨਾਸ਼ ਕਰ ਦੇਣਾ। ਇਹ ਕੋਈ ਅੱਜ ਕੱਲ੍ਹ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ, ਇਹ ਸਰਕਾਰਾਂ ਦਾ ਕੰਮ ਹੀ ਇਹ ਹੋ ਗਿਆ ਕਿ ਜਿੰਨਾ ਵੀ ਹੋ ਸਕਦਾ ਹੈਗਾ ਇਹ ਗਰੀਬ ਬੰਦੇ ਨੂੰ ਦਬਾਓ ਤੇ ਜਿਹੜੇ ਅਮੀਰ ਬੰਦੇ ਉਹਨਾਂ ਦੀਆਂ ਗੱਲਾਂ ਸੁਣੀ ਜਾਓ। ਜਦੋਂ ਅਸੀਂ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਆਰਥਿਕ ਤੌਰ ਤੇ ਸਥਿਤੀ ਵੀ ਖਰਾਬ ਹੋ ਚੁੱਕੀ ਹੈ ਬਹੁਤ ਜ਼ਿਆਦਾ, ਪਹਿਲਾਂ ਦਬਾਇਆ ਜਾ ਰਿਹਾ ਲੰਮੇ ਸਿਰ ਤੋਂ। ਤਾਂ ਦਲਿਤ ਲੀਡਰਸ਼ਿਪ ਜਿਹੜੀ ਰਹੀ ਹੈਗੀ ਇੰਡੀਆ ਦੇ ਵਿੱਚ, ਉਹਨਾਂ ਵੱਲੋਂ ਬੇਸ਼ੱਕ ਹਰ ਵਾਰ ਦਾਅਵਾ ਕੀਤਾ ਗਿਆ, ਪਰ ਉਹਨਾਂ ਦਾ ਵੀ ਜਿਹੜਾ ਰੰਗ ਰੂਪ ਸੀ ਸਰਕਾਰਾਂ ਚਲਾਉਣ ਦਾ ਉਹ ਉਹੀ ਰਿਹਾ। ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਦਲਿਤ ਲੀਡਰਸ਼ਿਪ ਜਿਹੜੀ ਇਸ ਵੇਲੇ ਹੈ
ਇਹ ਸਰਕਾਰਾਂ ਜਿਹੜੀਆਂ ਇਸ ਵੇਲੇ ਦੀਆਂ ਔਰ ਪਹਿਲੀਆਂ ਸਰਕਾਰਾਂ, ਉਹਨਾਂ ਨੇ ਤਕਰੀਬਨ ਦਲਿਤ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ। ਕਿਸੇ ਤੇ ਕੇਸ ਬਣਾਤਾ, ਕਿਸੇ ਤੇ ਕੁਛ ਕਰ ਦਿੱਤਾ। ਔਰ ਉਹ ਜਿਹੜੀ ਲੀਡਰਸ਼ਿਪ ਜਿਹੜੀ ਵੀ ਚਮਕਦੀ ਹੈ, ਭਾਵੇਂ ਕੋਈ ਵੀ ਪਾਰਟੀ, ਭਾਵੇਂ ਕਾਂਗਰਸ ਪਾਰਟੀ ਹੈ, ਭਾਵੇਂ ਬੀਜੇਪੀ ਪਾਰਟੀ ਹੈ, ਦੇ ਆਰ ਜਸਟ ਦੇਅਰ ਸਰਵੈਂਟਸ। ਭਾਵੇਂ ਉਹ ਮੰਤਰੀ ਬਣ ਜਾਵੇ, ਭਾਵੇਂ ਉਹ MLA ਬਣ ਜਾਵੇ, ਭਾਵੇਂ ਉਹ MP ਬਣ ਜਾਵੇ, ਬੰਦਾ ਜਿਹੜਾ ਉਹ ਦਲਿਤ ਦਾ ਦਲਿਤ ਹੀ ਰਹੇਗਾ। ਉਹਨਾਂ ਦੀ ਕੋਈ ਨਹੀਂ ਸੁਣੀ ਜਾਂਦੀ। ਉਹਨਾਂ ਨੂੰ ਇੱਕ ਗੱਲ ਕਹੀ ਜਾਂਦੀ ਹੈ ਵੀ ਗੱਲ ਸੁਣ ਲਓ, ਤੁਸੀਂ ਅਗਰ ਆਪਣੇ ਸਮਾਜ ਦੀ ਗੱਲ ਕੀਤੀ ਤੇ ਤੁਹਾਡਾ ਰਸਤਾ ਉਹ ਹੈਗਾ, ਤੇ ਜੇ ਤੁਸੀਂ ਜੋ ਅਸੀਂ ਕਹਿੰਦੇ ਉਹਦੇ ਮੁਤਾਬਿਕ ਚੱਲੋਗੇ ਤਾਂ ਤੁਸੀਂ ਇਸ ਨੌਕਰੀ ਤੇ ਹੈਗੇ ਆ। ਇਹ ਉਹਨਾਂ ਨੂੰ ਨੌਕਰੀਆਂ ਮਿਲੀਆਂ। ਦੇ ਆਰ ਨਾਟ ਰਿਪਰੈਜ਼ੈਂਟੇਟਿਵ ਆਫ ਦੀ ਸ਼ੈਡਿਊਲਡ ਕਾਸਟ ਪੀਪਲ। ਉਹ ਸਾਰੇ ਜਿੰਨੇ ਉਹ ਆਪਣਾ ਸਿਰਫ ਮਤਲਬ ਔਰ ਆਪਣਾ ਜਿਹੜਾ ਫੈਮਿਲੀ ਦਾ ਜਿਹੜਾ ਹਿੱਤ ਜਿਹੜਾ ਹੈਗਾ ਉਹ ਵੇਖਦੇ ਆ। ਦਲਿਤ ਭਾਈਚਾਰਾ ਰੋਟੀ ਤੋਂ ਮਥਾਜ ਕਰ ਰੱਖਿਆ ਵੱਡੇ ਪੱਧਰ ਤੇ। ਫੂਡ ਸਿਕਿਉਰਿਟੀ ਬਿੱਲ ਲੈ ਕੇ ਉਹਨਾਂ ਨੂੰ ਜਿਹੜੇ ਹੈਗੇ ਆ ਸਰਕਾਰਾਂ ਲੋਲੀਪੌਪ ਦੇ ਕੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਇੱਥੋਂ ਤੱਕ ਰੱਖਦੀਆਂ ਕਿ ਉਹ ਵੋਟ ਦੇ ਦੇਣ ਸਾਨੂੰ। ਪਰ ਹੱਲ ਕੀ ਹੈ ਜਦੋਂ ਦਲਿਤ ਲੀਡਰਸ਼ਿਪ ਵੀ ਜਿਹੜੀ ਫੇਲ ਆ ਗਈ, ਦਲਿਤ ਭਾਈਚਾਰੇ ਨੂੰ ਆਰਥਿਕ ਤੌਰ ਤੇ ਜਿਹੜਾ ਹੈਗਾ ਸੱਟ ਮਾਰੀ ਜਾ ਰਹੀ ਹੈ, ਦਬਾਇਆ ਜਾ ਰਿਹਾ ਲੰਮੇ ਸਿਰ ਤੋਂ, ਤਾਂ ਹੱਲ ਕੀ ਹੈ ਕਿ ਦਲਿਤ ਬੱਚੇ ਵੀ ਜਿਹੜੇ ਹੈਗੇ ਉਹ ਪੜ੍ਹ ਸਕਣ, ਉਹਨਾਂ ਕਲਾਸਾਂ ਦੇ ਵਿੱਚ ਬਹਿ ਕੇ ਪੜ੍ਹ ਸਕਣ, ਉਹ ਵੀ ਐਜੂਕੇਸ਼ਨ ਲੈ ਕੇ ਜਿਹੜਾ ਹਾਇਰ ਅਥਾਰਟੀਜ਼ ਤੇ ਜਾ ਸਕਣ। ਗੱਲ ਇਹ ਹੈ ਕਿ ਦਲਿਤਾਂ ਨੂੰ ਹੁਣ ਇੰਨਾ ਲਤਾੜਿਆ ਗਿਆ ਹੈ ਇਕਨੋਮਿਕ ਤੌਰ ਤੇ ਵੀ, ਉਹ ਹੁਣ ਅੱਗੇ ਪੜ੍ਹ ਹੀ ਨਹੀਂ ਸਕਦੇ। ਅਸੀਂ ਜਦੋਂ ਪੜ੍ਹੇ ਹਾਂ, ਸਾਡੇ ਮਾਂ-ਬਾਪ ਜਿਹੜੇ ਉਹ ਮਜ਼ਦੂਰ ਸੀ, ਮਜ਼ਦੂਰੀ ਕਰਦੇ ਸੀਗੇ। ਉਸ ਵੇਲੇ ਫੀਸਾਂ ਇੰਨੀਆਂ ਘੱਟ ਸੀਗੀਆਂ, ਸਕਾਲਰਸ਼ਿਪ ਵੀ ਮਿਲਦਾ ਸੀਗਾ, ਤੇ ਅਸੀਂ ਪੜ੍ਹ ਗਏ। ਔਰ ਪੜ੍ਹ ਕੇ ਅਸੀਂ ਜਿਹੜੀ ਪੋਜੀਸ਼ਨ ਨੂੰ, ਮਕਾਮ ਨੂੰ ਚਾਹੁੰਦੇ ਸੀਗੇ, ਕੰਪੀਟੀਸ਼ਨ ਵੀ ਲੜੇ ਆ, ਕੋਈ ਰਿਜ਼ਰਵੇਸ਼ਨ ਦਾ ਬੈਨੀਫਿਟ ਨਹੀਂ ਲਿਆ। ਈਵਨ ਦੈਨ ਜਿੱਥੇ ਜਿੱਥੇ ਕੰਮ ਕੀਤਾ ਹਾਲੇ ਤੱਕ ਉਹਦਾ ਪੂਰਾ ਡੰਕਾ ਚੱਲ ਰਿਹਾ ਹੈਗਾ। ਕਿਸੇ ਦੇ ਨਾਲ ਕੋਈ ਹੇਰਾਫੇਰੀ ਨਹੀਂ ਕੀਤੀ, ਕੋਈ ਕਰਪਸ਼ਨ ਨਹੀਂ ਕੀਤੀ, ਇਮਾਨਦਾਰੀ ਨਾਲ ਕੰਮ ਕੀਤਾ, ਔਰ ਇਮਾਨਦਾਰੀ ਨਾਲ ਕੰਮ ਕਰਕੇ ਹਾਲੇ ਵੀ ਚੱਲ ਰਹੇ ਆ। ਔਰ ਸਿਰਫ ਇਹ ਹੈ ਕਿ ਇਹ ਜਿਹੜੇ ਲੋਕ ਹੈ, ਜਿਹੜੇ ਮਾਨਸਿਕਤਾ ਜਿਨ੍ਹਾਂ ਦੀ ਇਸੇ ਹੀ ਗੰਦੀ ਤੋਂ ਗੰਦੀ ਫਸੀ ਪਈ ਹੈ, ਉਹ ਮਾਨਸਿਕਤਾ ਹੀ ਅੱਗੇ ਨਹੀਂ ਆਉਣ ਦਿੰਦੀ ਲੋਕਾਂ ਨੂੰ। ਆਪਣੀ ਸਰਵਿਸ ਦੇ 32 ਸਾਲ ਦੀ ਮੈਂ ਨੌਕਰੀ ਕੀਤੀ ਹੈ। 32 ਸਾਲ ਦੀ ਨੌਕਰੀ ਦੇ ਵਿੱਚ ਜਿਹੜੀ ਮਾਨਸਿਕਤਾ ਹੈ ਇਹ ਨਹੀਂ ਦੇਖੀ ਹੈ। ਈਵਨ ਕਿ ਟੌਪ ਦੇ IAS ਅਫਸਰ ਜਿਹੜੇ ਹੈਗੇ ਆ, ਟੌਪ ਦੇ IAS ਅਫਸਰ ਜਿਨ੍ਹਾਂ ਨੇ ਐਡਮਿਨਿਸਟ੍ਰੇਸ਼ਨ ਚਲਾਉਣੀ ਹੈ, ਜਿਨ੍ਹਾਂ ਨੇ ਸੋਚ ਚੁੱਕੀ ਹੈ ਵੀ ਅਸੀਂ ਹਰ ਇੱਕ ਬੰਦੇ ਦਾ ਭਲਾ ਕਰਨਾ, ਹਰ ਇੱਕ ਬੰਦੇ ਦਾ ਅਸੀਂ ਬਰਾਬਰ ਦੇਖਣਾ ਹੈਗਾ, ਉਹ ਵੀ ਕਦੀ ਜਸਟਿਸ ਨਹੀਂ ਕਰਦੇ। ਜਦੋਂ ਦਲਿਤ ਹੱਕ ਮੰਗਣ ਦੀ ਗੱਲ ਕਰਦਾ ਤਾਂ ਇੱਕ ਧਿਰ ਉਹਨਾਂ ਦੇ ਬਰਾਬਰ ਖੜੀ ਕਰ ਦਿੱਤੀ ਜਾਂਦੀ ਹੈਗੀ, ਕਿਉਂਕਿ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਜੇਕਰ ਦਿੱਤੀ ਰਿਜ਼ਰਵੇਸ਼ਨ ਸੰਵਿਧਾਨ ਦੇ ਵਿੱਚ ਤਾਂ ਉਹ ਬਰਾਬਰਤਾ ਦਾ ਸਮਾਜ ਸਿਰਜਣ ਲਈ ਦਿੱਤੀ। ਪਰ ਇੱਕ ਤਬਕਾ ਖੜਾ ਹੋ ਜਾਂਦਾ ਹੈਗਾ ਜਿਹੜਾ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਲਿੰਕ ਵੀ ਹੁੰਦਾ, ਤਾਂ ਉਹ ਕਹਿੰਦੇ ਕਿ ਇਹਨਾਂ ਨੂੰ ਤਾਂ ਰਿਜ਼ਰਵੇਸ਼ਨ ਹੈ, ਇਹਨਾਂ ਨੂੰ ਹੱਕਾਂ ਦੀ ਕੀ ਜ਼ਰੂਰਤ ਹੈ, ਇਹਨਾਂ ਨੂੰ ਤਾਂ ਪਹਿਲਾਂ ਹੀ ਜਿਹੜੇ ਹੈਗੇ ਲੋੜ ਤੋਂ ਜ਼ਿਆਦਾ ਹੱਕ ਦਿੱਤੇ ਹੋਏ ਨੇ। ਇਹਦੇ ਬਾਰੇ ਜਿਹੜੀ ਰਿਜ਼ਰਵੇਸ਼ਨ ਦੀ ਗੱਲ ਹੈ, ਰਿਜ਼ਰਵੇਸ਼ਨ ਕੋਈ ਖਰਾਤ ਨਹੀਂ ਹੈ। ਰਿਜ਼ਰਵੇਸ਼ਨ ਇੱਕ ਸਾਡਾ ਹੱਕ ਹੈ, ਜਿਹੜਾ ਕਿ ਡਾਕਟਰ ਅੰਬੇਦਕਰ ਨੇ ਉਸ ਵੇਲੇ ਹੱਕ ਪ੍ਰਾਪਤ ਕੀਤਾ ਸੀਗਾ ਸਰਕਾਰ ਤੋਂ। ਉਸ ਵੇਲੇ ਦੀ ਜਿਹੜੀ ਸਰਕਾਰ ਸੀ, ਅੰਗਰੇਜ਼ੀ ਸਰਕਾਰ, ਔਰ ਵਿੱਚ ਹੀ ਇਹ ਕਾਂਗਰਸ ਵਾਲੇ ਜਿਹੜੇ ਸੀਗੇ, ਜਦੋਂ ਕਿ ਇਹ ਹਿੰਦੁਸਤਾਨ ਦਾ ਜਿਹੜਾ 3 ਫਾੜ ਹੋ ਜਾਣੇ ਸੀਗੇ, ਅਛੂਤਸਤਾਨ ਬਣ ਜਾਣਾ ਸੀਗਾ, ਉਹ ਅਛੂਤਸਤਾਨ ਨੂੰ ਬਚਾਉਣ ਦੇ ਲਈ ਉਹਨਾਂ ਨੇ ਮਜਬੂਰੀ ਨਾਲ ਇਹ ਰਿਜ਼ਰਵੇਸ਼ਨ ਦਿੱਤੀ। ਹੁਣ ਜਿਹੜੀ ਗੱਲ ਕਰਦੇ ਵੀ ਰਿਜ਼ਰਵੇਸ਼ਨ ਜਿਹੜੀ ਆ ਉਹਦੇ ਖਿਲਾਫ ਖੜੇ ਹੁੰਦੇ ਆ, ਕਿਹੜੀ ਕਮਿਊਨਿਟੀ ਖੜੀ ਹੁੰਦੀ ਹੈ ਰਿਜ਼ਰਵੇਸ਼ਨ ਦੇ ਖਿਲਾਫ? ਉਹੀ ਕਮਿਊਨਿਟੀ ਖੜੀ ਹੁੰਦੀ ਜਿਹੜੀ ਕਿ ਹਰ ਜਗ੍ਹਾ ਦੇ ਵਿੱਚ 95% ਤੋਂ ਉੱਤੇ ਹੈ। ਅਗਰ ਸੈਂਟਰ ਗਵਰਨਮੈਂਟ ਦੀਆਂ ਸਰਵਿਸਿਜ਼ ਦੇਖੋ, ਉਹਦੇ ਵਿੱਚ 90% ਜਿਹੜੇ ਹੈਗੇ ਬ੍ਰਾਹਮਣ ਹੈ। ਕਿਤੇ ਵੀ ਚਲੇ ਜਾਓ, ਉੱਥੇ ਬ੍ਰਾਹਮਣਾਂ ਨੇ ਇੰਨਾ ਕਬਜ਼ਾ ਕੀਤਾ ਆ, ਸਰਜਾ ਉਹਨਾਂ ਕੀਤਾ, ਖੱਤਰੀ ਵੀ ਨਹੀਂ ਉਹਦੇ ਵਿੱਚ, OBC ਨਹੀਂ ਉਹਦੇ ਵਿੱਚ। ਉਹੀ ਰੌਲਾ ਪਾ ਰਹੇ ਆ ਤਾਂ ਕਿ ਉਹਨਾਂ ਦੇ ਉੱਤੇ ਜਿਹੜਾ ਜੋ ਕੁਝ ਉਹਨਾਂ ਨੇ ਸੰਭਿਆ ਉਹਨਾਂ ਦਾ ਕਿਤੇ ਖੁੱਸ ਨਾ ਜਾਵੇ। ਇਹ ਮਾਨਸਿਕਤਾ ਹੀ ਉਹੀ ਮਾਨਸਿਕਤਾ ਜਲਦੀ ਹੈਗੀ ਹੈ, ਜਿਸ ਨੂੰ ਕੋਈ ਸਮਝਣ ਦੀ ਲੋੜ ਹੈ, ਜਿਸ ਨੂੰ ਕਿ ਇੱਕ ਅੰਡਰਸਟੈਂਡ ਕਰਨ ਦੀ ਲੋੜ ਹੈ। ਜਿਹੜੇ ਕੋਈ ਸਾਡੇ ਲੋਕ ਜਿਹੜੇ ਹੈਗੇ ਆ ਉਹ ਸੁਣਦੇ ਤਾਂ ਹੈਗੇ ਆ, ਪਰ ਜਦੋਂ ਇਕੱਠੇ ਹੋਣ ਲੱਗਦੇ ਉਦੋਂ ਕੋਈ ਨਾ ਕੋਈ ਇਦਾਂ ਦਾ ਵਿੱਚ ਕੋਈ ਪੰਗਾ ਜਿਹਾ ਪਾ ਦੇਣਗੇ ਸਰਕਾਰ ਵਾਲੇ, ਕੋਈ ਵੀ ਹੋਵੇ, ਉਹ ਸਾਨੂੰ ਅਲੱਗ-ਅਲੱਗ ਦਰਾੜ ਪਾ ਦੇਣ ਦੇ ਵਿੱਚ। ਪ੍ਰਧਾਨ ਮੰਤਰੀ ਮੋਦੀ ਖੁਦ ਨੂੰ ਗਰੀਬ ਦਾ ਬੇਟਾ ਦੱਸਦੇ ਨੇ ਕਿ ਜੇ ਮੈਂ ਗਰੀਬ ਦਾ ਬੇਟਾ ਰਹਾਂਗਾ, ਤਾਂ ਕੀ ਉਹਨਾਂ ਦੀ ਸੋਚ ਵੀ ਜਿਹੜੀ ਹੈਗੀ ਆ ਉਸੇ ਸੋਚ ਦੀ ਧਾਰਨੀ ਉਹਨਾਂ ਰਾਹਾਂ ਤੇ ਚੱਲ ਰਹੀ ਉਹਨਾਂ ਦੀ ਸਰਕਾਰ ਵੀ? ਸਰਕਾਰ BJP ਦੀ, ਮੋਦੀ BJP ਦਾ, ਜੋਗੀ BJP ਦਾ, ਇਹਨਾਂ ਨੂੰ ਚਲਾਉਣ ਵਾਲਾ ਕੌਣ ਹੈ? RSS ਕਿਹਦੇ ਪਿੱਛੇ ਚੱਲਦੀ ਹੈ? ਮਨੂ ਸਮ੍ਰਿਤੀ ਪਿੱਛੇ। ਜੋ ਮਨੂ ਸਮ੍ਰਿਤੀ 'ਚ ਲਿਖਿਆ ਹੈ ਉਹਨਾਂ ਦੇ 3 ਹਿਡਨ ਏਜੰਡੇ ਹੈ। ਨੰਬਰ 1, ਜਿਹੜੇ ਘੱਟ ਗਿਣਤੀ ਵਾਲੇ ਮੁਸਲਮਾਨ ਹੈ ਉਹਨਾਂ ਦੀਆਂ ਬਹੂ ਬੇਟੀਆਂ ਦਾ ਰੇਪ ਕਰੋ, ਉਹਨਾਂ ਨੂੰ ਖਤਮ ਕਰੋ। ਦੂਸਰਾ, ਜਿਹੜੇ ਸ਼ੁੱਧ ਰਹਿ ਗਏ ਹੈ ਉਹਨਾਂ ਨੂੰ ਖਤਮ ਕਰੋ। ਤੀਸਰਾ, ਜਿਹੜੇ ਸਿੱਖ ਭਾਈਚਾਰਾ ਹੈਗਾ ਉਹਨਾਂ ਨੂੰ ਖਤਮ ਕਰੋ। ਇਹ ਉਹਨਾਂ ਦੇ ਏਜੰਡੇ 'ਚ ਲਿਖਿਆ ਹੈ, ਔਰ ਉਸੇ ਏਜੰਡੇ ਦੇ ਉੱਤੇ ਹੌਲੀ ਹੌਲੀ ਉਹ ਚੱਲੇ ਜਾ ਰਹੇ ਆ। ਇਸ ਵੇਲੇ ਜਿਹੜੀ
ਤੁਸੀਂ ਕਹਿੰਦੇ ਆ ਸਰਕਾਰ ਹੈ, ਇਹ ਸਰਕਾਰ ਕੋਈ ਸਰਕਾਰੀ ਕੰਮ ਨਹੀਂ ਕਰਦੇ। ਉਹ ਸਿਰਫ ਆਪਣਾ ਜਿਹੜਾ ਹਿੰਦੂ ਤੱਤਵ ਦਾ ਏਜੰਡਾ ਹੈਗਾ, ਜਿਹੜਾ ਮਨੂ ਸਮਰਿਤੀ ਲਿਖਿਆ ਉਹੀ ਲਾਗੂ ਕਰ ਰਹੇ ਆ। ਹੋਰ ਉਹਦੇ ਵਿੱਚ ਕੁਝ ਨਹੀਂ ਹੈਗਾ, ਹੋਰ ਕੁਝ ਨਹੀਂ ਹੈਗਾ। ਤੁਸੀਂ ਦੇਖਿਆ ਕਿ ਪ੍ਰੋਟੈਸਟ ਜਾਰੀ ਹੈਗਾ ਤੇ ਇਹੀ ਕਿਹਾ ਜਾ ਰਿਹਾ ਕਿ ਜਿਹੜੀ ਮੌਜੂਦਾ ਸਰਕਾਰ ਵੀ ਹੈ ਉਹ ਵੀ ਹਿੰਦੂਤਵ ਦਾ ਏਜੰਡਾ ਲੈ ਕੇ ਚੱਲ ਰਹੀ ਹੈ। ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਨੇ ਕਿ ਮੈਂ ਗਰੀਬ ਦਾ ਬੇਟਾ ਗਾ, ਮੈਂ ਗਰੀਬ ਦਾ ਦਰਦ ਸਮਝਦਾ ਗਾ, ਪਰ ਸਰਕਾਰ ਦੀ ਜਿਹੜੀ ਚੱਲਣ ਦਾ ਤਰੀਕਾ ਗਾ ਉਹਦੇ ਤੇ ਵੀ ਜਿਹੜੀ ਉਂਗਲੀ ਚੁੱਕੀ ਜਾ ਰਹੀ ਹੈ। ਕਿਉਂਕਿ ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦਾ ਮਸਲਾ ਅੱਜ ਦਾ ਨਹੀਂ, ਪੰਜਾਬ ਦੇ ਵਿੱਚ ਬਹੁਤ ਪੁਰਾਣਾ ਗਾ, ਲਗਾਤਾਰ ਜਿਹੜਾ ਇਹ ਚੁੱਕਿਆ ਜਾ ਰਿਹਾ ਗਾ ਅਤੇ ਅੱਗੇ ਵੀ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਕੀਤਾ ਜਾਊਗਾ। ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜੋ SIT ਬਣਾਈ ਹੈ ਉਸ ਵੱਲੋਂ ਜੋ ਹੈ ਉਹ ਕੈਬਨਿਟ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਤੇ ਮੰਤਰੀ ਸਾਹਿਬ ਦਾ ਕਹਿਣਾ ਕਿ ਅਫਸਰਸ਼ਾਹੀ ਜਿਹੜੀ ਹੈ ਉਹ ਇਸ ਮੁੱਦੇ ਦੇ ਲਈ ਦੋਸ਼ੀ ਹੈ। ਹੁਣ ਦੇਖਦੇ ਹਾਂ ਕਿ ਇਹ ਸੰਘਰਸ਼ ਜਿਹੜਾ ਹੈਗਾ ਅੱਗੇ ਕਿੱਥੋਂ ਤੱਕ ਜਾਂਦਾ ਗਾ। ਤੇ ਦਲਿਤ ਵਿਦਿਆਰਥੀਆਂ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ, ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਨੂੰ ਜਿਹੜੇ ਹੈਗੇ ਉਹਨਾਂ ਦੇ ਹੱਕ ਕਦੋਂ ਮਿਲਦੇ ਨੇ, ਉਹ ਕਦੋਂ ਜਿਹੜੇ ਹੈਗੇ ਬਾਕੀ ਭਾਈਚਾਰੇ ਦੇ ਵਿਦਿਆਰਥੀਆਂ ਦੇ ਵਾਂਗ ਉਹਨਾਂ ਕਲਾਸਾਂ 'ਚ ਇੱਜ਼ਤ ਦੇ ਨਾਲ ਬੈਠ ਕੇ ਬਰਾਬਰਤਾ ਦੇ ਸਮਾਜ ਦਾ ਜਿਹੜੀ ਸਿਰਜਣਾ ਕਰਨ ਦੇ ਲਈ ਅਸੀਂ ਇੱਕ ਕਦਮ ਜਿਹੜਾ ਉਹ ਅੱਗੇ ਵਧਾਵਾਂਗੇ। ਮੇਰਾ ਨਾਮ SR ਲੱਦੜ ਹੈ। ਮੈਂ ਪ੍ਰਿੰਸੀਪਲ ਸੈਕਟਰੀ ਗਵਰਨਮੈਂਟ ਆਫ ਪੰਜਾਬ ਪਿਛਲੇ ਸਾਲ ਰਿਟਾਇਰ ਹੋਇਆ। ਅੱਜ ਕੱਲ੍ਹ ਮੈਂ ਇੱਕ ਪੈਗਾਮ ਨਾਮ ਦੀ NGO ਹੈ ਉਹ ਚਲਾ ਰਿਹਾ। ਜਿਹੜੇ ਦਲਿਤਾਂ ਦੇ ਮਸਲੇ ਆ ਇਹ ਭਾਵੇਂ UP ਹੈ ਭਾਵੇਂ ਪੰਜਾਬ ਹੈ, ਇੱਕੋ ਜਿਹੇ ਹੈ। ਜਿਹੜਾ ਇਹਨਾਂ ਦੇ ਨਾਲ ਵਿਤਕਰਾ ਹੋ ਰਿਹਾ ਹੈਗਾ ਉਹ ਆਲ ਓਵਰ ਇੰਡੀਆ ਹੋ ਰਿਹਾ, ਨਾ ਕਿ ਪੂਰੇ ਵਰਲਡ 'ਚ ਹੋ ਰਿਹਾ ਹੈਗਾ। ਜੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮਸਲੇ ਆ, ਲੇਕਿਨ ਅੱਜ ਅਸੀਂ ਇਸ ਪ੍ਰੋਟੈਸਟ ਦੇ ਵਿੱਚ ਇੱਕੋ ਹੀ ਮਸਲਾ ਲੈ ਕੇ ਅਸੀਂ ਅੱਜ ਇਕੱਠੇ ਹੋਏ ਆ ਕਿ ਜਿਹੜੇ ਬੱਚਿਆਂ ਦੇ ਵਜ਼ੀਫੇ ਆ ਤੇ ਫੀਸਾਂ ਆ, ਭਾਰਤ ਸਰਕਾਰ ਪੈਸਾ ਭੇਜ ਰਹੀ ਆ, ਪੰਜਾਬ ਸਰਕਾਰ ਉਹ ਪੈਸਾ ਜਾਰੀ ਨਹੀਂ ਕਰ ਰਹੀ। 2017 ਤੋਂ ਲੈ ਕੇ ਅੱਜ ਤੱਕ ਇੱਕ ਵੀ ਪੈਸਾ, ਕਰੋੜਾਂ ਰੁਪਈਆ ਜਿਹੜਾ ਆ ਪੰਜਾਬ ਸਰਕਾਰ ਨੇ ਬੱਚਿਆਂ ਦਾ ਨਹੀਂ ਦਿੱਤਾ। ਜਦੋਂ ਕਿ ਜਿਹੜੇ ਕਾਲਜ ਹੈ, ਯੂਨੀਵਰਸਿਟੀਆਂ ਆ, ਉਹਨਾਂ ਨੇ ਬਿਨਾਂ ਫੀਸ ਲਿਆ ਬੱਚਿਆਂ ਦੇ ਐਡਮਿਸ਼ਨ ਕਰਦੇ, ਲੇਕਿਨ ਉਹ ਫੀਸ ਰੀਇੰਬਰਸ ਕਰਨੀ ਸੀਗੀ ਸਰਕਾਰ ਨੇ, ਉਹਨਾਂ ਨੂੰ ਪੈਸੇ ਨਹੀਂ ਭੇਜੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਡਿਗਰੀਆਂ ਨਹੀਂ ਦੇਵਾਂਗੇ। ਇੱਥੋਂ ਤੱਕ ਕਿ ਪੰਜਾਬ ਆਪਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਨੇ ਵੀ ਮਨਾ ਕਰਤਾ ਕਿ ਸਾਡੇ ਪੈਸੇ ਦਿਓ, ਕਿਉਂਕਿ ਬਿਨਾਂ ਉਹਨਾਂ ਨੇ ਤਨਖਾਹਾਂ ਦੇਣੀਆਂ, ਸਟਾਫ ਹੈ, 100 ਤਰ੍ਹਾਂ ਦੇ ਖਰਚੇ ਆ। ਯੂਨੀਵਰਸਿਟੀਆਂ ਨੇ ਵੀ ਕੋਈ ਗੱਲਾਂ ਬਾਤਾਂ ਨਾਲ ਤਾਂ ਨਹੀਂ ਚੱਲਦੀਆਂ, ਖਰਚਾ ਤਾਂ ਆਉਂਦਾ ਆ। ਤੇ ਤੁਸੀਂ ਗਵਰਨਮੈਂਟ ਨੇ ਪ੍ਰੋਮਿਸ ਕੀਤਾ, ਭਾਰਤ ਸਰਕਾਰ ਨੇ ਪੈਸਾ ਦੇਤਾ, ਅਸੀਂ ਕਿਹੜੇ ਘਪਲਿਆਂ 'ਚ ਪਏ ਹੋਏ ਆ। ਤੁਸੀਂ ਕਲੀਨ ਚਿੱਟ ਦਿਓ, ਤੁਸੀਂ ਗ੍ਰੀਨ ਚਿੱਟ ਦਿਓ, ਜਿਹੜੀ ਮਰਜ਼ੀ ਚਿੱਟ ਦਿਓ ਮੰਤਰੀ ਨੂੰ, ਲੇਕਿਨ ਬੱਚਿਆਂ ਦੇ ਵਜ਼ੀਫੇ ਕਿਉਂ ਰੋਕੇ ਆ? ਜੇ ਤੁਸੀਂ ਆਪਣੇ ਦਲਿਤਾਂ ਨੂੰ ਵਜ਼ੀਫੇ ਨਹੀਂ ਦਿਓਗੇ, ਬੱਚੇ ਪੜ੍ਹਨਗੇ ਕਿਵੇਂ? ਜੇ ਉਹਨਾਂ ਨੂੰ ਡਿਗਰੀਆਂ ਨਹੀਂ ਮਿਲਣਗੀਆਂ, ਬੱਚੇ ਨੌਕਰੀ ਕਿਵੇਂ ਲੱਗਣਗੇ? ਸੋ ਇਹ ਜਿਹੜਾ ਅਨਿਆਂ ਆ, ਇਹ ਪੰਜਾਬ ਸਰਕਾਰ 35% ਪੰਜਾਬ ਦੀ ਦਲਿਤ ਵਸੋਂ ਨਾਲ ਕਰ ਰਹੀ ਹੈ। ਔਰ ਇਹ ਉਹ ਵਸੋਂ ਹੈ ਜਿਨ੍ਹਾਂ ਦੇ ਕੋਲ 35% ਵਸੋਂ ਕੋਲ 3% ਜ਼ਮੀਨ ਹੈ। ਅੱਜ ਜਿਹੜਾ ਕਿਸਾਨ ਹੈ ਉਹ ਕਹਿੰਦਾ ਦਲਿਤ ਮਜ਼ਦੂਰ ਸਾਡੇ ਨਾਲ ਆ ਕੇ ਧਰਨੇ ਤੇ ਬੈਠੇ, ਤੁਹਾਡੇ ਨਾਲ ਆ ਕੇ ਧਰਨੇ ਤੇ ਉਹ ਬੈਠ ਗਿਆ, ਲੇਕਿਨ ਉਹਨੂੰ ਮਿਲੇਗਾ ਕਿਆ? ਨਾ ਉਹਨੂੰ ਮਜ਼ਦੂਰੀ ਮਿਲ ਰਹੀ ਹੈ। ਜੇ ਮਜ਼ਦੂਰੀ ਮੰਗਦੇ ਸੀ ਉਹ, ਜਦੋਂ ਆਪਾਂ ਕਰੋਨਾ ਹੋਇਆ ਝੋਨਾ ਲਾਉਣ ਲਈ, ਤਾਂ ਜੱਟਾਂ ਨੇ ਅਨਾਉਂਸ ਕਰਤਾ ਗੁਰਦੁਆਰਿਆਂ ਤੋਂ ਕਿ ਅਸੀਂ ਇਹਨਾਂ ਦਾ ਬਾਈਕਾਟ ਕਰ ਦਿਓ, ਇਹ ਪੈਸੇ ਜ਼ਿਆਦਾ ਮੰਗਦੇ ਆ। ਤੁਸੀਂ ਪੈਸੇ ਨਹੀਂ ਮੰਗ ਸਕਦੇ ਮਜ਼ਦੂਰੀ ਦੇ, ਬੱਚੇ ਤੁਹਾਡੇ ਪੜ੍ਹ ਨਹੀਂ ਸਕਦੇ, ਰੁਜ਼ਗਾਰ ਤੁਹਾਨੂੰ ਸਰਕਾਰ ਦੇ ਨਹੀਂ ਰਹੀ, ਤਾਂ ਕੀ ਤੁਸੀਂ ਭੁੱਖੇ ਮਰ ਜਾਓ? ਕਿਆ ਦਲਿਤਾਂ ਦੇ ਵਿੱਚ ਜਾਨ ਨਹੀਂ ਹੈ? ਔਰ ਸਾਡੀਆਂ ਬੱਚੀਆਂ ਜਿਨ੍ਹਾਂ ਦਾ ਰੇਪ ਹੋ ਰਿਹਾ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਤੋੜੀ ਜਾ ਰਹੀ ਹੈ, ਜਿਨ੍ਹਾਂ ਦੀ ਸਪਾਈਨਲ ਤੋੜੀ ਜਾ ਰਹੀ, ਜਿਨ੍ਹਾਂ ਦੀ ਜੀਭ ਵੱਢ ਦਿੱਤੀ ਗਈ ਹੈ ਕਿ ਬੋਲ ਨਾ ਸਕਣ, ਇਹ ਦੱਸ ਨਾ ਸਕਣ ਕਿ ਸਾਡੇ ਨਾਲ ਕੀ ਵਾਪਰਿਆ। ਰਾਤ ਨੂੰ 2 ਵਜੇ ਉਹਨਾਂ ਦੀ ਚਿਤਾ ਜਲਾਈ ਜਾ ਰਹੀ ਹੈ ਬਿਨਾਂ ਪਰਿਵਾਰ ਤੋਂ। ਇਹ ਕਿਹੋ ਜਿਹੇ ਸਮਾਜ 'ਚ ਅਸੀਂ ਰਹਿ ਰਹੇ ਹਾਂ, ਕਿਹੋ ਜਿਹੇ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ। ਇਹ ਅੱਜ ਅਸੀਂ ਆਪਣਾ ਦੁਨੀਆ ਚੰਦ ਤੇ ਪਹੁੰਚ ਗਈ ਆ। ਦੁਨੀਆ ਇੱਕ ਵਿਲੇਜ, ਇੱਕ ਆਪਣਾ ਜਿਹੜਾ ਹੈਗਾ ਗਲੋਬਲ ਵਿਲੇਜ ਬਣ ਗਈ ਹੈਗੀ ਆ। ਕੰਪਿਊਟਰ ਦਾ ਯੁੱਗ ਹੈਗਾ, ਸਾਰਾ ਸੰਸਾਰ ਜੁੜਿਆ ਪਿਆ ਹੈਗਾ। ਔਰ ਸਾਡੇ ਦੇਸ਼ ਦਾ ਜਿਹੜਾ ਦਲਿਤ ਹੈ, ਜਿਹੜਾ 30 ਕਰੋੜ ਦੀ ਆਬਾਦੀ ਵਾਲਾ ਦਲਿਤ ਹੈ, ਔਰ ਉਹਦੇ ਨਾਲ ਪਸ਼ੂਆਂ ਤੋਂ ਮਾੜਾ ਵਿਵਹਾਰ ਹੋ ਰਿਹਾ। ਜੇ ਗਾਂ ਮਰ ਜਾਂਦੀ ਤਾਂ UP 'ਚ ਅੱਗ ਲੱਗ ਜਾਣੀ ਸੀ। ਜੇ ਇੱਕ ਦਲਿਤ ਦੀ ਬੇਟੀ ਮਰ ਗਈ ਹੈ, ਰੇਪ ਹੋ ਗਿਆ, ਜਵਾਨ ਕੱਟ ਦਿੱਤੀ ਗਈ ਹੈ, ਤਾਂ ਕੋਈ ਹਾਹਾਕਾਰ ਨਹੀਂ ਹੈ। ਔਰ ਹਾਈ ਕਾਸਟ ਜਿਹੜੇ ਲੋਕ ਹੈ ਉੱਥੇ, ਉਹ ਆਪਣੀਆਂ ਮੀਟਿੰਗਾਂ ਕਰ ਰਹੇ ਆ, ਪੰਚਾਇਤਾਂ ਕਰ ਰਹੇ ਆ ਕਿ ਅਸੀਂ ਉਹਨਾਂ ਦੇ ਨਾਲ ਹਾਂ। ਜਿਹੜੇ ਆਪਣੇ ਦੋਸ਼ੀ ਆ ਅਸੀਂ ਉਹਨਾਂ ਦੇ ਨਾਲ ਆ, ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਜਿਵੇਂ ਜੰਮੂ ਦੇ ਵਿੱਚ ਮੰਤਰੀਆਂ ਦਾ
ਸਾਥ ਦੇ ਰਹੇ ਸੀਗੇ, ਬਲਾਤਕਾਰੀਆਂ ਦਾ ਸਾਥ ਮੰਤਰੀ ਦੇ ਰਹੇ ਸੀਗੇ, ਉਸੇ ਤਰ੍ਹਾਂ ਇਹ ਵੀ ਸਾਥ ਦੇ ਰਹੇ ਆ। ਜੇ ਆਪਣਾ ਗੁਜਰਾਤ ਦੇ ਵਿੱਚ ਆਨੰਦੀ ਬਹਿਨ ਨੂੰ 10 ਦਿਨਾਂ ਬਾਅਦ ਵਿੱਚ ਜਦੋਂ ਦਲਿਤਾਂ ਦੇ ਫਲੋਗਿੰਗ ਹੋਈ, ਕੁੱਟਿਆ ਗਿਆ, ਉਹਦਾ ਅਸਤੀਫਾ ਲੈ ਲਿਆ ਗਿਆ, ਤਾਂ ਜੋਗੀ ਨੂੰ ਕੀ 4 ਚੰਦ ਲੱਗੇ ਹੋਏ? ਕਿਹੜਾ ਇਹੋ ਜਿਹਾ ਗੁੱਡ ਐਡਮਿਨਿਸਟ੍ਰੇਟਰ ਹੈ? ਉਹ ਤਾਂ ਲਗਾਤਾਰ ਉੱਥੇ ਐਟਰੋਸਿਟੀ ਹੋ ਰਹੀ ਆ। ਉਹਨੂੰ ਆਪਣਾ ਜਾ ਕੇ ਜੰਗਲ 'ਚ ਭੇਜ ਕੇ ਮਾਲਾ ਫੜਾ ਕੇ ਨਾਮ ਜਪੇ। ਨਾ ਉਹਦੀ ਘਰ ਦਾ ਰਨ ਹੈ, ਨਾ ਉਹਦੀ ਕੋਈ ਧੀ ਹੈ, ਨਾ ਕੋਈ ਭੈਣ ਹੈ। ਕੌਣ ਹੈ ਉਹਦਾ? ਉਹਨੂੰ ਤਾਂ ਆਪਣੇ ਬੱਚਿਆਂ ਦਾ, ਕੁੜੀਆਂ ਦਾ ਦਰਦ ਹੀ ਨਹੀਂ ਹੈ। ਉਹਨੂੰ ਪਤਾ ਹੀ ਨਹੀਂ ਹੈਗਾ ਕਿ ਬੇਟੀ ਦਾ ਦਰਦ ਕੀ ਹੁੰਦਾ ਆ। ਜੇ ਬਲਾਤਕਾਰ ਪਰਿਵਾਰ ਦੇ ਵਿੱਚ ਉਹਦੀ ਬੇਟੀ ਨਾਲ ਜਾਂ ਉਹਦੇ ਕਿਸੇ ਰਿਸ਼ਤੇਦਾਰ ਨਾਲ ਹੋਇਆ ਹੁੰਦਾ, ਫਿਰ ਉਹਨੂੰ ਪਤਾ ਹੁੰਦਾ ਕਿ ਕੀ ਹੁੰਦਾ ਬਲਾਤਕਾਰ। ਇਸ ਕਰਕੇ ਜੋਗੀ ਸਰਕਾਰ ਭੰਗ ਹੋਣੀ ਚਾਹੀਦੀ ਆ, ਮਨੂਵਾਦ ਖਤਮ ਹੋਣਾ ਚਾਹੀਦਾ। ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਔਰਤਾਂ ਨੂੰ ਹਰ ਵਰਗ ਦੇ ਵਿੱਚ, ਹਰ ਨੌਕਰੀ 'ਚ 50% ਹਿੱਸਾ ਮਿਲਣਾ ਚਾਹੀਦਾ। ਜੇ ਉਹ ਜੁਡੀਸ਼ਰੀ 'ਚ ਹੋਣ, ਜੇ ਉਹ ਸੁਪਰੀਮ ਕੋਰਟ 'ਚ ਹੋਣ, ਜੇ ਉਹ 50% ਡਾਕਟਰ ਹੋਣ, ਤਾਂ ਇਹੋ ਜਿਹੇ ਬਲਾਤਕਾਰਾਂ ਦੇ ਜਿਹੜੇ ਐਵੀਡੈਂਸ ਹੈ, ਜਿਹੜੇ ਆਪਣੇ ਸਬੂਤ ਹੈ, ਉਹ ਮਿਟਣਗੇ ਨਹੀਂ। ਤੇ ਸਾਡੇ ਦੇਸ਼ ਦੇ ਵਿੱਚ ਜਿਹੜਾ ਸਦੀਆਂ ਤੋਂ ਔਰਤ ਨੂੰ ਤੇ ਦਲਿਤਾਂ ਨੂੰ ਦਬਾਇਆ ਗਿਆ, ਦਲਿਤਾਂ ਦੇ ਨਾਲ ਅਨਟੱਚੇਬਿਲਿਟੀ ਪ੍ਰੈਕਟਿਸ ਕੀਤੀ ਗਈ ਆ, ਇਹਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਸੰਵਿਧਾਨ ਦੇ ਮੁਤਾਬਕ ਚੱਲੀਏ। ਤੇ ਜਿਹੜੀਆਂ ਸਰਕਾਰਾਂ ਸੰਵਿਧਾਨ ਦੇ ਮੁਤਾਬਕ ਨਹੀਂ ਚੱਲਦੀਆਂ, ਉਹਨਾਂ ਸਰਕਾਰਾਂ ਨੂੰ ਭੰਗ ਕਰਨਾ ਪਏਗਾ। ਉਹਨਾਂ ਸਰਕਾਰਾਂ ਦੇ ਖਿਲਾਫ ਸੜਕਾਂ ਤੇ ਆਉਣਾ ਪਏਗਾ। ਉਹਨਾਂ ਦੇ ਸਰਕਾਰਾਂ ਦੇ ਖਿਲਾਫ ਰੋਹ ਦਿਖਾਉਣਾ ਪਏਗਾ। ਅੱਜ ਅਸੀਂ ਇਹ ਜਿਹੜਾ ਪ੍ਰੋਟੈਸਟ ਕੀਤਾ ਆ, ਇਹ ਸ਼ਾਂਤਮਈ ਪ੍ਰੋਟੈਸਟ ਹੈ, ਰੋਡ ਤੇ ਸਾਈਡ ਤੇ ਖੜੇ ਹੋ ਕੇ ਕੀਤਾ। ਕੱਲ ਨੂੰ ਅਸੀਂ ਸੜਕਾਂ ਵੀ ਬੰਦ ਕਰਾਂਗੇ, ਰੇਲ ਗੱਡੀਆਂ ਵੀ ਬੰਦ ਕਰਾਂਗੇ। ਤੇ ਜੇ ਲੋੜ ਪਈ ਤਾਂ ਸਾਡੇ ਜਿਹੜੇ 34 ਐਮਐਲਏ ਆ, ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਵੀ ਬੰਦ ਕਰਾਂਗੇ। ਤੇ ਉਸ ਤੋਂ ਬਾਅਦ ਫਿਰ ਸੀਐਮ ਤੇ ਹੋਰ ਸਰਕਾਰ ਦਾ ਨੰਬਰ ਆਏਗਾ। ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਆ। ਪਰ ਜਦੋਂ ਐਸਾ ਮਸਲਾ ਉੱਠਦਾ ਤਾਂ ਠੰਡੇ ਬਸਤੇ ਪਾਉਣ ਲਈ ਗੱਲ ਅਫਸਰਸ਼ਾਹੀ ਤੇ ਸਿੱਟ ਦਿੱਤੀ ਜਾਂਦੀ ਹੈ। ਅੱਜ ਇਹ ਸਾਰੇ ਤੁਸੀਂ ਦੇਖੋਗੇ, ਸਾਰੇ ਸਾਡੇ ਅਫਸਰ ਹੀ ਆਏ ਹੋਏ ਆ। ਕੋਈ ਸਾਡੇ ਵਿੱਚ ਟੀਚਰ ਹੈ, ਕੋਈ ਡਾਕਟਰ ਹੈ, ਕੋਈ ਆਈਏਐਸ ਅਫਸਰ ਹੈ, ਕੋਈ ਆਈਪੀਐਸ ਅਫਸਰ ਹੈ। ਇਹ ਸਾਰੇ ਅਫਸਰ ਜਮਾਤ ਹੀ ਆਈ ਹੋਈ ਆ। ਅੱਜ ਦਲਿਤਾਂ ਦੇ ਵਿੱਚ ਪੜ੍ਹਿਆ ਲਿਖਿਆਂ ਦੀ ਘਾਟ ਨਹੀਂ ਹੈ। ਉਹ ਲੋਕੀ ਹੁਣ ਜਾਗ ਰਹੇ ਆ। ਉਹਨਾਂ ਨੂੰ ਸਮਝ ਲੱਗ ਰਹੀ ਹੈ ਕਿ ਜੇ ਅੱਜ ਅਸੀਂ ਸੁੱਤੇ ਰਹੇ ਤਾਂ ਕੱਲ ਨੂੰ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ, ਇਹ ਪੜ੍ਹੀ ਲਿਖੀ ਨਹੀਂ ਰਹਿਣੀ, ਇਹ ਅਨਪੜ੍ਹ ਹੋ ਜਾਣੀ ਹੈ ਤੇ ਮੁੜ ਕੇ ਮਨੂਵਾਦ ਦੀ ਜਿਹੜਾ ਗੁਲਾਮੀ ਆ, ਉਹ ਗਲੇ 'ਚ ਆ ਪੈਣੀ ਹੈ। ਇਸ ਕਰਕੇ ਅਸੀਂ ਸੜਕਾਂ ਤੇ ਉਤਰੇ। ਜਿਹੜਾ ਮੌਜੂਦਾ ਸਮੇਂ ਦੇ ਵਿੱਚ ਐਸਸੀ ਐਸਟੀ ਵਿਦਿਆਰਥੀਆਂ ਦਾ ਮਸਲਾ ਹੈਗਾ, ਇਹ ਮਸਲਾ ਅੱਜ ਦਾ ਨਹੀਂ, ਇਹ ਪੁਰਾਣਾ। ਪਿਛਲੀ ਸਰਕਾਰ ਸਮੇਂ ਵੀ ਜਿਹੜੇ ਕਮਿਸ਼ਨ ਬਣਾਏ ਗਏ, ਜਾਂਚਾਂ ਕਰਵਾਈਆਂ ਗਈਆਂ, ਪਰ ਨਿਕਲਿਆ ਕੁਝ ਨਹੀਂ। ਮੌਜੂਦਾ ਸਮੇਂ ਦੇ ਵਿੱਚ ਵੀ ਇੱਕ ਕਮੇਟੀ ਬਣਾਈ ਗਈ। ਜਦੋਂ ਇਹ ਮਾਮਲਾ ਉਜਾਗਰ ਹੋਇਆ ਤਾਂ ਉਹਦੇ 'ਚ ਜਿਹੜੇ ਵਿਭਾਗ ਦੇ ਮੰਤਰੀ ਨੇ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਗੱਲ ਮੁੜ ਤੋਂ ਅਫਸਰਸ਼ਾਹੀ ਤੇ ਆਈ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਗੱਲ ਇੰਨੀ ਕੁ ਸਿੱਧੀ ਹੈਗੀ ਹੈ ਕਿ ਅਫਸਰਸ਼ਾਹੀ ਆਪਣੇ ਤੌਰ ਤੇ ਇਸ ਤਰ੍ਹਾਂ ਕਰ ਸਕਦੀ ਹੈ? ਦੇਖੋ, ਵਜੀਫੇ ਜਦੋਂ ਬੰਦ ਕੀਤੇ ਇਹਨਾਂ ਨੇ ਸਾਰੇ 69 ਕਰੋੜ ਦਾ ਉਹਦੇ ਤੇ ਦੋਸ਼ ਲੱਗਿਆ ਤੇ ਵਧੀਕ ਮੁੱਖ ਚੀਫ ਸੈਕਟਰੀ ਸ਼ੰਕਰ ਜੀ ਨੇ ਕਿਹਾ, ਉਹਨੇ ਰਿਪੋਰਟ ਭੇਜੀ, ਉਹਦੇ ਵਿੱਚ ਸਾਰਾ 69 ਕਰੋੜ ਦਾ ਇਹ ਮਸਲਾ ਸਾਹਮਣੇ ਆਇਆ। ਫਿਰ ਜੇ ਤੁਸੀਂ ਇਹ ਰਿਪੋਰਟ ਨੂੰ ਕਹੋ, ਜੇ ਚੀਫ ਸੈਕਟਰੀ ਵਧੀਕ ਸਕੱਤਰ ਦੀ ਨਹੀਂ ਸੁਣੀ ਜਾਂਦੀ, ਉਹਦੀ ਰਿਪੋਰਟ ਨੂੰ ਇਹ ਕਹਿ ਰਹੇ ਨੇ ਵੀ ਗਲਤ ਹੈ। ਹੁਣ ਤੁਸੀਂ ਪਰਸੋਂ ਚੌਥੇ ਦੇ ਅਖਬਾਰ ਵਿੱਚ ਆਇਆ ਸੀ ਕਿ 7 ਕਰੋੜ ਦਾ ਮਾਮਲਾ ਹੈ। 7 ਕਰੋੜ ਦਾ ਮਾਮਲਾ ਵੀ ਉਹ ਪਾ ਕੇ, ਇਹਦਾ ਮਤਲਬ ਜਿਹੜੀ ਰਿਪੋਰਟ ਹੈ ਸ਼ੰਕਰ ਜੀ ਦੀ, ਉਹ ਗਲਤ ਹੈ। ਅੱਜ ਸਾਡੇ ਵਜੀਫੇ ਬੰਦ ਕਰਕੇ, ਅੱਜ ਤੋਂ ਨਹੀਂ ਹੈ, ਤੁਹਾਡੀ ਗੱਲ ਸਹੀ ਹੈ ਕਿ ਅੱਜ ਤੋਂ ਨਹੀਂ ਹੋ ਰਿਹਾ, ਇਹ ਧੱਕਾ ਪਿਛਲੇ ਸਮੇਂ ਤੋਂ ਹੋ ਰਿਹਾ। ਇਹ ਸਾਡੇ ਵਜੀਫਿਆਂ ਨੂੰ ਖਾ ਕੇ ਪੂਰਾ ਵਜੀਫਾ ਸਾਡੇ ਤੱਕ ਪੁੱਜਦਾ ਨਹੀਂ ਕਰ ਰਹੇ। ਇਸ ਲਈ ਸਾਡੇ ਤੋਂ ਵਿੱਦਿਆ ਦਾ ਅਧਿਕਾਰ ਇਹ ਖੋਣਾ ਚਾਹੁੰਦੇ ਨੇ, ਕਿਉਂਕਿ ਡਾਕਟਰ ਅੰਬੇਡਕਰ ਜੀ ਨੇ ਕਿਹਾ ਤਾਂ ਕਿ ਜਿੱਥੇ ਸਿੱਖਿਆ ਤੇ ਹੈਲਥ ਪੂਰੀ ਫ੍ਰੀ ਨਹੀਂ ਮਿਲ ਸਕਦੀ, ਉਹ ਦੇਸ਼ ਕਦੇ ਅਤੇ ਗਰੀਬ ਜੋ ਜਨਤਾ ਤਰੱਕੀ ਨਹੀਂ ਕਰ ਸਕਦੀ। ਇਹਨਾਂ ਨੇ ਉਸ ਹੱਕ ਖੋਣ ਦੀ ਤਿਆਰੀਆਂ ਕਰ ਰਹੇ ਨੇ ਕਿ ਜੋ ਦਲਿਤਾਂ ਦੇ ਹੱਕ ਨੇ ਖੋਏ ਜਾ ਸਕਣ ਤੇ ਪੜ੍ਹਾਈ ਨਾ ਕਰ ਸਕਣ। ਸਾਡੇ ਅੱਜ ਬਹੁਤ ਸਾਰੇ ਬੱਚੇ ਜੋ ਵਿੱਦਿਆ ਜੋ ਦੇਣੀ ਸੀ, ਉਹਨਾਂ ਨੇ ਉਹ ਵਜੀਫਿਆਂ ਦੇ ਦੇਣੇ ਸੀ। ਵਜੀਫੇ ਮਿਲ ਕੇ ਉਹਨਾਂ ਨੇ ਅੱਗੇ ਭਰ ਕੇ ਦੇਣਾ ਸੀ। ਯੂਨੀਵਰਸਿਟੀਆਂ ਨੇ ਉਹਨਾਂ ਨੂੰ ਦਾਖਲੇ ਨਹੀਂ ਦਿੱਤੇ, ਉਹਨਾਂ ਨੂੰ ਅੱਗੇ ਪੜ੍ਹਾਈ ਉਹ ਜਾਰੀ ਨਹੀਂ ਰੱਖ ਸਕੇ। ਅੱਜ ਸਾਡੇ ਵਿਦਿਆਰਥੀ ਅੱਜ ਸੜਕਾਂ 'ਤੇ ਰੁਲਣ ਲਈ ਮਜਬੂਰ ਹੈ। ਅਸੀਂ ਅੱਜ ਇਹ ਜਦੋਂ ਪ੍ਰੋਟੈਸਟ ਕਰ ਰਹੇ ਹਾਂ, ਸ਼ਾਂਤੀ ਮਾਰਚ ਕਰ ਰਹੇ ਹਾਂ, ਸ਼ਾਂਤੀ ਦੇ ਨਾਲ ਇਹ ਪ੍ਰੋਟੈਸਟ ਕੀਤਾ ਕਿ ਉਹਨਾਂ ਤੱਕ ਆਵਾਜ਼ ਪਹੁੰਚਾਈਏ, ਪਰ ਉਹਨਾਂ ਤੇ ਜੂੰ ਨਹੀਂ ਸਰਕਦੀ, ਕਿਉਂਕਿ ਇਹਦੇ ਵਿੱਚ ਮਿਲੀ ਭੁਗਤਾ ਜੋ ਹੈ ਉਹ ਮੰਤਰੀਆਂ ਦੀ ਵੀ ਭੁਗਤ ਹੈ, ਸਾਡੇ ਮੁੱਖ ਮੰਤਰੀ ਦੀ ਵੀ ਮਿਲੀ ਭੁਗਤ ਹੈ, ਜਿਸ ਦੇ ਨਾਲੇ ਵਜੀਫਾ ਸਾਡੇ ਜਿਹੜੇ ਨਾ ਪਹੁੰਚ ਸਕੇ। ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਤੋਂ ਹੁੰਦਾ ਆਇਆ ਇਹ ਸਰਕਾਰ ਕਾਫੀ ਦੇਰ ਤੋਂ ਪਲੈਨਿੰਗ ਬਣਾ ਰਹੀ ਹੈ। ਜਿਵੇਂ ਹੋਰ ਜਥੇਬੰਦੀਆਂ ਬਰੀਕੀ ਦੇ ਨਾਲ ਪਹਿਲਾਂ ਤੋਂ ਹੀ ਛੋਟਾ ਖੋਰਾ ਲਾਉਣਾ ਸ਼ੁਰੂ ਕਰ ਦਿੰਦੀਆਂ ਨੇ, ਇਹਨਾਂ ਨੇ ਖੋਰਾ ਲਾਉਣਾ ਸ਼ੁਰੂ ਕਰਿਆ। ਅੱਜ ਸਾਡਾ ਸਮਾਜ ਜਾਗ ਚੁੱਕਿਆ। ਜੇ ਸਾਡਾ ਨਾ ਇਹ 69 ਕਰੋੜ ਦਾ ਜੋ ਵਜੀਫਿਆਂ ਦਾ ਬਜਟ ਹੈ ਉਹ ਨਾ ਰਿਲੀਜ਼ ਕੀਤਾ, ਨਾ ਕੱਢਿਆ, ਨਾ ਇਹਨਾਂ ਨੂੰ ਫੜਿਆ ਗਿਆ, ਨਾ ਦੋਸ਼ੀ ਮੰਤਰੀ ਨੂੰ ਅੰਦਰ ਕੀਤਾ ਗਿਆ, ਤਾਂ ਇਹ ਜੋ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਨੇ,
ਇਹ ਰਲ ਕੇ ਪ੍ਰੋਟੈਸਟ ਇਹੋ ਜਿਹਾ ਕਰਨੀਆਂ ਜੋ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬਹੁਤ ਘਾਟਾ ਪਵੇਗਾ ਤੇ ਸੋਚਣਾ ਚਾਹੀਦਾ। ਇੱਕ ਮੈਂ ਹੋਰ ਇਸ ਗੱਲ ਦੇ ਨਾਲ ਲਿੰਕ ਕਰ ਦੇਣਾ ਚਾਹੁੰਦਾ, ਉਹ ਯੂਪੀ ਦੇ ਵਿੱਚ ਜੋ ਕੁੜੀ ਦੀ ਜੀਭ ਕੱਟੀ, ਉਹਦੇ ਰੀੜ੍ਹ ਦੀ ਹੱਡੀ ਤੋੜੀ ਤੇ ਉਸ ਨੂੰ ਰਾਤੋਂ ਰਾਤ ਦਾ ਸੰਸਕਾਰ ਕੀਤਾ ਤੇ ਉਹਦੇ ਜੋ ਸਬੂਤ ਸਨ ਉਹਦੇ ਘਰ ਜਾ ਕੇ ਉਹ ਪੁਲਿਸ ਉਹਨਾਂ ਦੇ ਫੋਰਾ ਫਰਾਲੀ ਕਰਦੀ ਹੈ ਤੇ ਉਹਨਾਂ ਦੇ ਸਬੂਤ ਆਪਣੇ ਖੋਏ ਜਾਂਦੇ ਨੇ, ਖਤਮ ਕੀਤੇ ਜਾਂਦੇ ਨੇ। ਪਰ ਇਹ ਦਲ ਹੁਣ ਜਾਗ ਚੁੱਕਿਆ, ਇਹ ਆਪਣੇ ਇਹਨਾਂ ਹੱਕਾਂ ਦੇ ਲਈ ਇਹ ਲੜ ਕੇ ਆਪਣੇ ਸੰਘਰਸ਼ ਦੇ ਆਪਣੇ ਰਾਹ ਤੇ ਚੱਲ ਕੇ ਆਪਣੇ ਸੰਘਰਸ਼ ਨੂੰ ਪੂਰੀਆਂ ਕਰਨ ਲਈ ਯਤਨ ਕਰੇਗਾ ਤੇ ਕਰਕੇ ਹਟੇਗਾ। ਧੰਨਵਾਦ। ਤੁਸੀਂ ਦੇਖਿਆ ਕਿ ਪ੍ਰੋਟੈਸਟ ਜਿਹੜਾ ਲਗਾਤਾਰ ਜਾਰੀ ਹੈ। ਹੋਰ ਵੀ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੀ ਗੱਲ ਕਰਦੇ ਹਾਂ ਜਾਂ ਪੰਜਾਬ ਦੇ ਵਿੱਚ ਸਰਕਾਰਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਵੀ ਦਲਿਤ ਭਾਈਚਾਰਾ ਗਾ ਉਹ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਗਾ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਵੱਡੀ ਗਿਣਤੀ ਹੈ ਦਲਿਤ ਭਾਈਚਾਰੇ ਦੀ। ਪਰ ਜਦੋਂ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਂਦੀ ਹੈ ਉਹ ਕਹਿੰਦੇ ਕਿ ਅਸੀਂ ਤਾਂ ਬਰਾਬਰਤਾ ਦਾ ਸਮਾਜ ਸਿਰਜਣ ਵੱਲ ਵੱਧ ਰਹੇ ਹਾਂ, ਅਸੀਂ ਤਾਂ ਇੱਕ ਦਲਿਤ ਦੇ ਬੇਟੇ ਨੂੰ ਜਿਹੜਾ ਰਾਸ਼ਟਰਪਤੀ ਵੀ ਬਣਾਇਆ ਗਿਆ, ਇਸ ਮੁਲਕ ਦਾ ਸਭ ਤੋਂ ਵੱਡਾ ਅਹੁਦਾ ਦਿੱਤਾ ਗਾ। ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ, ਪਹਿਲੀ ਗੱਲ ਤਾਂ ਵੀ ਸਰਕਾਰਾਂ ਕਿਉਂ ਬਣਦੀਆਂ ਹਨ, ਮੂਲ ਮੁੱਦੇ ਨੂੰ ਸਮਝਣ ਦੀ ਲੋੜ ਹੈ। ਸਾਰੇ ਦੇਸ਼ ਦੇ ਵਿੱਚ ਸਰਕਾਰਾਂ ਦਾ ਮਤਲਬ ਹੈ ਲੋਕਾਂ ਨੂੰ ਆਪਣਾ ਨੌਕਰੀ ਮਿਲੇ, ਲੋਕਾਂ ਨੂੰ ਪੜ੍ਹਾਈ ਮਿਲੇ, ਲੋਕਾਂ ਨੂੰ ਅੰਨ ਮਿਲੇ, ਲੋਕਾਂ ਨੂੰ ਰੋਟੀ ਮਿਲੇ। 40 ਤੋਂ 50 ਕਰੋੜ ਹਿੰਦੁਸਤਾਨ ਦੀ ਜਨਤਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਆ। ਗਰੀਬੀ ਰੇਖਾ ਤੋਂ ਹੇਠਾਂ ਰਹਿਣ ਦਾ ਮਤਲਬ ਪਤਾ ਕੀ ਆ ਕਿ ਉਹ ਜਿਹੜੀਆਂ ਬੇਸਿਕ ਜ਼ਰੂਰਤਾਂ ਆ, ਮੁੱਢਲੀਆਂ ਲੋੜਾਂ ਵਿੱਚ ਰੋਟੀ ਆ, ਇੰਪਲੋਇਮੈਂਟ ਆ ਔਰ ਉਹਦੇ ਵਿੱਚ ਮਕਾਨ ਹੈਗਾ, ਉਹ ਵੀ ਉਹਨਾਂ ਦੇ ਕੋਲ ਹੈ ਨਹੀਂ। ਤੁਸੀਂ ਕਰੋਨਾ ਦੇ ਦੌਰਾਨ, ਕਰੋਨਾ ਜਿਹੜੀ ਵਿਪਤਾ ਪਈ ਸੀਗੀ, ਸੜਕਾਂ ਦੇ ਉੱਪਰ ਲੱਖਾਂ ਕਰੋੜਾਂ ਲੋਕੀ ਸੜਕਾਂ ਤੇ ਪੈਦਲ ਚੱਲਦੇ ਰਹੇ 10 ਦਿਨ 20 ਦਿਨ ਮਹੀਨਾ। ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ, ਨਾ ਰਾਜਾ ਨੇ ਪੁੱਛੀ, ਨਾ ਕੇਂਦਰ ਸਰਕਾਰ ਨੇ ਪੁੱਛੀ। ਇਹ ਸਾਰੇ ਲੋਕੀ ਗਰੀਬਾਂ ਦੀ ਗਰੀਬ ਜਨਤਾ ਨੂੰ ਬਿਲੋਂਗ ਕਰਦੇ ਆ, ਦਲਿਤਾਂ ਨੂੰ ਬਿਲੋਂਗ ਕਰਦੇ ਆ ਔਰ ਇੱਕ ਪਾਸੇ ਤਾਂ ਉਹ ਮਜ਼ਦੂਰੀ ਕਰਦੇ ਆ ਔਰ ਉਹਨਾਂ ਨੂੰ ਗੱਡੀਆਂ ਵੀ ਉਪਲਬਧ ਨਹੀਂ ਕਰਾ ਸਕੇ। ਗੱਡੀਆਂ ਦਾ ਮਤਲਬ ਕਿ ਉਹਨਾਂ ਦੇ ਕੋਲ ਸੀਗੀਆਂ ਗੱਡੀਆਂ ਵੀ ਨਹੀਂ ਚੱਲਦੀਆਂ। ਬਹੁਤ ਸਾਰੇ ਜਿਹੜੇ ਅਮੀਰ ਲੋਕੀ ਸੀ, ਬੱਚੇ ਸੀਗੇ ਜਿਹੜੇ ਰਾਜਸਥਾਨ ਕੋਟਾ ਦੇ ਵਿੱਚ ਕੋਚਿੰਗ ਕਰਨ ਗਏ ਸੀ, ਉਹਨਾਂ ਦੇ ਲਈ ਇਹਨਾਂ ਨੇ ਵੋਲਵੋ ਬੱਸਾਂ ਵੀ ਚਲਾਈਆਂ, ਵਿਦੇਸ਼ਾਂ ਤੋਂ ਬੰਦੇ ਲਿਆਂਦੇ, ਜਹਾਜ਼ਾਂ ਵਿੱਚ ਲਿਆਂਦੇ। ਜਿਹੜੇ ਇੰਡੀਆ ਵਿੱਚ ਫਸੇ ਸੀ ਉਹਨਾਂ ਵਿਦੇਸ਼ਾਂ ਵਿੱਚ ਭੇਜਿਆ ਕਿਉਂਕਿ ਅਮੀਰ ਬੰਦੇ ਸੀ, ਉਹਨਾਂ ਦੀ ਸੁਣੀ ਜਾਂਦੀ ਸੀ। ਲੇਕਿਨ ਜਿਹੜੇ ਗਰੀਬ ਬੰਦੇ ਸੀ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਜਿੱਥੋਂ ਤੱਕ ਇਹ ਸਵਾਲ ਹੈ ਵਜ਼ੀਫੇ ਦਾ, ਜਿਹਦੇ ਲਈ ਅਸੀਂ ਅੱਜ ਇਕੱਠੇ ਹੋਏ ਹਾਂ ਔਰ ਮਨੀਸ਼ਾ ਜਿਹਦਾ ਕਤਲ ਔਰ ਰੇਪ ਯੂਪੀ ਦੇ ਵਿੱਚ ਹਾਥਰਸ ਦੇ ਵਿੱਚ ਕੀਤਾ ਗਿਆ, ਵਜ਼ੀਫੇ ਦੀ ਗੱਲ ਇਹ ਹੈ ਕਿ ਜਿਹੜੇ ਗਰੀਬ ਬੱਚੇ ਜਿਨ੍ਹਾਂ ਦੇ ਮਾਂ-ਬਾਪ ਦੀ ਇਨਕਮ ਘੱਟ ਹੈ, ਗਰੀਬ ਬੱਚਿਆਂ ਨੂੰ ਵਜ਼ੀਫਾ ਦੇਣਾ। ਵਜ਼ੀਫਾ ਦੇਣ ਦਾ ਮਤਲਬ ਕੀ ਆ ਕਿ ਇਹ ਬੱਚੇ ਕਿਤਾਬਾਂ ਖਰੀਦ ਸਕਣ, ਆਪਣੀ ਫੀਸਾਂ ਦੇ ਸਕਣ ਔਰ ਆਪਣੀਆਂ ਵਰਦੀਆਂ ਲੈ ਸਕਣ ਔਰ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਲੈ ਸਕਣ। ਜੇ ਤੁਸੀਂ ਉਹਨਾਂ ਨੂੰ ਵਜ਼ੀਫਾ ਹੀ ਨਹੀਂ ਦਿੰਦੇ, ਜੇ ਗਰੀਬ ਹੀ ਆ, ਗਰੀਬੀ ਕਰਕੇ ਤਾਂ ਵਜ਼ੀਫੇ ਦੀ ਸਕੀਮ ਲਾਗੂ ਕੀਤੀ, ਜੇ ਗਰੀਬੀ ਕਰਕੇ ਵਜ਼ੀਫੇ ਦੀ ਸਕੀਮ ਲਾਗੂ ਕੀਤੀ, ਵਜ਼ੀਫਾ ਦਿਓ। ਪਿਛਲੇ 8, 10, 15 ਸਾਲ ਤੋਂ ਵਜ਼ੀਫਾ ਬੱਚਿਆਂ ਨੂੰ ਨਹੀਂ ਮਿਲ ਰਿਹਾ। ਜੇ ਨਹੀਂ ਮਿਲ ਰਿਹਾ ਤਾਂ ਪੜ੍ਹਾਈ ਕਿਵੇਂ ਕਰਨਗੇ? ਜੇ ਪੜ੍ਹਾਈ ਨਹੀਂ ਕਰਨਗੇ ਤਾਂ ਬਈ ਉਹਨਾਂ ਨੂੰ ਨੌਕਰੀ ਕਿੱਥੋਂ ਮਿਲੂਗੀ, ਉਹਨਾਂ ਨੂੰ ਕੰਮ ਕਿੱਥੋਂ ਮਿਲੂਗਾ? ਜੇ ਕੰਮ ਨਹੀਂ ਮਿਲੂਗਾ ਤਾਂ ਭੁੱਖੇ ਰਹਿਣਗੇ। ਮਤਲਬ ਇਹ ਬੜੇ ਸ਼ਰਮ ਦੀ ਗੱਲ ਹੈ ਹਿੰਦੁਸਤਾਨ ਦੇ ਲਈ ਕਿ 40 ਕਰੋੜ ਜਨਤਾ, ਮਤਲਬ ਤਕਰੀਬਨ 30-35% ਜਨਤਾ ਗਰੀਬੀ ਰੇਖਾ ਤੋਂ ਹੇਠਾਂ ਆ। 70-75 ਸਾਲ ਹੋ ਗਏ ਆ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਨੂੰ। ਅਸੀਂ ਗੱਲਾਂ ਕਰਦੇ ਕਿ ਸਾਡਾ ਦੇਸ਼ ਵਿਸ਼ਵ ਗੁਰੂ ਬਣ ਗਿਆ, ਵਿਸ਼ਵ ਕਲਿਆਣ ਦੀਆਂ ਗੱਲਾਂ ਕਰਦੇ ਆ, ਲੇਕਿਨ ਸਾਡੇ ਬੱਚਿਆਂ ਦੇ ਕੋਲ ਤਾਂ ਵੀ ਰੋਟੀ ਖਾਣ ਨੂੰ। ਜਿਹੜੇ ਬਰਾਬਰਤਾ ਦੇ ਸਮਾਜ ਦੀ ਗੱਲ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਵੱਲੋਂ, ਦਲਿਤ ਦੇ ਬੇਟੇ ਨੂੰ ਰਾਸ਼ਟਰਪਤੀ ਬਣਾਉਣ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ, ਉਹਨਾਂ ਨੂੰ ਕਿਵੇਂ ਦੇਖਦੇ? ਇੱਕ ਰਾਸ਼ਟਰਪਤੀ ਬਣਾਉਣ ਦੇ ਨਾਲ ਗੱਲ ਨਹੀਂ ਬਣਦੀ, ਕਿਉਂਕਿ ਜਿਹੜਾ ਸ਼ਾਸਨ ਦਾ ਮਤਲਬ ਕੀ ਹੈਗਾ? ਸ਼ਾਸਨ ਦਾ ਮਤਲਬ ਹੈ ਕਿ ਬੰਦਿਆਂ ਨੂੰ ਰੋਟੀ ਮਿਲੇ, ਰੋਟੀ ਨਹੀਂ ਮਿਲ ਰਹੀ। ਉਹਨਾਂ ਨੂੰ ਇੰਪਲੋਇਮੈਂਟ ਮਿਲੇ, ਇੰਪਲੋਇਮੈਂਟ ਨਹੀਂ ਮਿਲ ਰਹੀ। ਉਹਨਾਂ ਨੂੰ ਵਿੱਦਿਆ ਮਿਲੇ, ਵਿੱਦਿਆ ਨਹੀਂ ਮਿਲ ਰਹੀ। ਤਾਂ ਫਿਰ ਉਹ ਤਾਂ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਲਿਪ ਸਰਵਿਸ ਹੈ। ਕਿਸੇ ਨੂੰ ਕਿਸੇ ਖੰਡ ਦਾ ਜਾਂ ਕਿਸੇ ਬਲਾਕ ਦਾ ਪ੍ਰਧਾਨ ਬਣਾ ਦਿਓ ਜਾਂ ਰਾਸ਼ਟਰਪਤੀ ਬਣਾ ਦਿਓ। ਰਾਸ਼ਟਰਪਤੀ ਤਾਂ ਅੱਜ ਵੀ ਬੋਲ ਨਹੀਂ ਰਹੇ। ਮਨੀਸ਼ਾ ਦੇ ਕੇਸ ਦੇ ਵਿੱਚ ਨਹੀਂ ਬੋਲ ਰਹੇ ਕਿ ਮਨੀਸ਼ਾ ਦਾ ਕਤਲ ਕਿਉਂ ਹੋ ਗਿਆ, ਉਹਦੇ ਦੋਸ਼ੀਆਂ ਨੂੰ ਸਜ਼ਾ ਦਿਓ, ਉਹ ਨਹੀਂ ਗੱਲ ਕਰ ਰਹੇ। ਔਰ ਕਿਸਾਨਾਂ ਵਿਰੋਧੀ ਜਿਹੜੇ ਕਾਨੂੰਨ ਬਣੇ ਆ ਉਹਨਾਂ ਦੇ ਖਿਲਾਫ ਵੀ ਨਹੀਂ ਬੋਲ ਰਹੇ, ਉਹ ਤਾਂ ਚੁੱਪ ਕਰਕੇ ਦਸਤਖਤ ਕਰ ਰਹੇ ਆ। ਔਰ ਵਜ਼ੀਫਾ ਬੱਚਿਆਂ ਨੂੰ ਨਹੀਂ ਮਿਲ ਰਿਹਾ। ਗਰੀਬੀ ਰੇਖਾ ਤੋਂ ਬੱਚੇ ਹੇਠਾਂ ਰਹਿ ਰਹੇ, ਲੋਕ ਹੇਠਾਂ ਰਹਿ ਰਹੇ ਆ। ਉਹਨਾਂ ਦੇ ਕੋਲ ਖਾਣ ਨੂੰ ਪੈਸਾ ਹੈ ਨਹੀਂ, ਉਹਨਾਂ ਦੇ ਕੋਈ ਇੰਪਲੋਇਮੈਂਟ ਨਹੀਂ ਆ। ਸਾਰੀਆਂ ਜਿਹੜੇ ਅਦਾਰੇ ਆ ਉਹ ਪ੍ਰਾਈਵੇਟ ਹੋ ਰਹੇ ਆ, ਪ੍ਰਾਈਵੇਟ ਹੱਥਾਂ ਦੇ ਵਿੱਚ ਨੌਕਰੀਆਂ ਜਾ ਰਹੀਆਂ ਆ। ਜਿਹੜੀਆਂ ਨੌਕਰੀਆਂ ਖਤਮ ਵੀ ਹੁੰਦੀਆਂ, ਖਾਲੀ ਵੀ ਹੁੰਦੀਆਂ ਵੈਕੈਂਸੀਆਂ, ਉਹ ਠੇਕੇਦਾਰੀ ਸਿਸਟਮ ਦੇ ਰਾਹੀਂ
ਉਹਨਾਂ ਦੀ ਰਿਕਰੂਟਮੈਂਟ ਕੀਤੀ ਜਾਂਦੀ, ਉਹਨਾਂ ਨੂੰ ਜਿਹੜਾ ਮਿਨੀਮਮ ਵੇਜਸ ਹੈ, ਜੋ ਉਹਨਾਂ ਨੂੰ ਤਨਖਾਹ ਮਿਲਣੀ ਉਹ ਵੀ ਨਹੀਂ ਮਿਲਦੀ, ਉਹਨਾਂ ਦੀ ਜਿਹੜੀ ਨੌਕਰੀ ਉਹ ਵੀ ਸੁਰੱਖਿਅਤ ਨਹੀਂ ਹੈਗੀ, ਸਿਕਿਉਰਿਟੀ ਹੈ ਨਹੀਂ। ਔਰ ਜਿਵੇਂ ਠੇਕੇਦਾਰ ਆਪਣੀ ਠੇਕੇਦਾਰੀ ਮਤਲਬ ਜੋ ਜ਼ਬਰਦਸਤੀ ਕਰਦੇ ਆ, ਉਹਨਾਂ ਦੀ ਐਕਸਪਲੋਇਟੇਸ਼ਨ ਕਰਦੇ ਆ, ਉਹਨਾਂ ਦਾ ਜੋ EPF ਪੈਸਾ ਹੈ ਉਹ ਵੀ ਜਮ੍ਹਾਂ ਨਹੀਂ ਹੁੰਦਾ, ਉਹਨਾਂ ਦੀ ਜੋ ਬਾਕੀ ਉਹਨਾਂ ਨੂੰ ਜੋ ਮਿਲਣੇ ਬੈਨੀਫਿਟ ਉਹ ਵੀ ਨਹੀਂ ਮਿਲ ਰਹੇ। ਜਦੋਂ ਮਰਜ਼ੀ ਕੱਢ ਦਿਓ ਕਿਸੇ ਨੂੰ। ਜਿਹੜਾ ਇੰਪਲੋਇਮੈਂਟ ਦੇਣ ਦਾ ਜਿਹਨੂੰ ਕਹਿੰਦੇ ਇੱਕ ਉਹ ਹੈਗਾ ਅਧਿਕਾਰ ਹੁੰਦਾ ਸਰਕਾਰਾਂ ਦਾ, ਜਿਹਨੂੰ ਕਹਿੰਦੇ ਆ ਵੀ ਸਰਕਾਰ ਦਾ ਇਹ ਕੰਮ ਹੈ, ਉਹ ਵੀ ਕੰਮ ਪ੍ਰਾਈਵੇਟ ਅਦਾਰਿਆਂ ਦੇ ਕੋਲ ਚਲਾ ਗਿਆ। ਇੱਕ ਤਾਂ ਸਭ ਤੋਂ ਵੱਡੀ ਗੱਲ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਕਿ 4 ਦਰਜਾ ਕਲਾਸ 4 ਜਿਹੜੇ ਮੁਲਾਜ਼ਮ ਸੀਗੇ ਉਹਦੇ ਵਿੱਚ ਡਰਾਈਵਰ ਸੀਗੇ, ਚਪੜਾਸੀ ਸੀਗੇ, ਚੌਕੀਦਾਰ ਸੀਗੇ, ਮਾਲੀ ਸੀਗੇ, ਸਫਾਈ ਕਰਮਚਾਰੀ ਸੀ, ਉਹ ਤਾਂ ਬੰਦ ਹੀ ਕਰ ਦਿੱਤਾ, ਖਤਮ ਕਰ ਦਿੱਤਾ। ਉਹ ਸਾਰੇ ਜਿਹੜੇ ਗਰੀਬ ਲੋਕੀ ਥੋੜਾ ਬਹੁਤਾ ਸਰਕਾਰੀ ਨੌਕਰਾਂ ਦੇ ਉੱਪਰ ਡਿਪੈਂਡ ਕਰਦੇ ਸੀਗੇ, ਉਹ ਤਾਂ ਖਤਮ ਕਰ ਦਿੱਤਾ। ਅਗਰ ਬੰਦੇ ਨੂੰ 20-25-30 ਹਜ਼ਾਰ ਰੁਪਈਆ ਤਨਖਾਹ ਮਿਲਦੀ ਸੀ, ਅੱਜ ਉਹਨੂੰ 7000 ਮਿਲਦਾ। ਉਹ 7000 ਦੇ ਲੋਕਾਂ ਬੱਚਿਆਂ ਦਾ ਬਿਜਲੀ ਦਾ ਬਿੱਲ ਆ ਜਾਂਦਾ ਲੋਕਾਂ ਦਾ। ਉਹ 7000 ਵਿੱਚ 10000 ਦੇ ਵਿੱਚ ਤੁਸੀਂ 4-5 ਬੱਚਿਆਂ ਦਾ ਜਾਂ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੋਗੇ? ਉਹਦੇ ਤਾਂ ਰੋਟੀ ਨਹੀਂ ਖਾ ਸਕਦੇ, ਪੜ੍ਹਾਈ ਕਿੱਥੇ ਕਰਨਗੇ? ਆਪਾਂ ਵਿਕਾਸ ਦੀਆਂ ਗੱਲਾਂ ਕਰੀ ਜਾ ਰਹੇ ਹਾਂ। ਜਿਹੜੀ ਦਲਿਤ ਲੀਡਰਸ਼ਿਪ ਆ ਗਈ, ਮਿਨਿਸਟਰ ਵੀ ਨੇ, ਸਭ ਕੁਝ ਹੈ, ਕਿ ਉਹ ਸੱਚਮੁੱਚ ਦਲਿਤਾਂ ਦਾ ਦਰਦ ਜਿਹੜਾ ਸਮਝਦੇ ਨੇ, ਜਾਂ ਫਿਰ ਉਹ ਸਿਰਫ ਬਿਠਾਏ ਹੋਏ ਨੇ ਟੈਗ ਲਾ ਕੇ ਕਿ ਇਹ ਦਲਿਤ ਭਾਈਚਾਰੇ ਦੇ ਲੀਡਰ ਨੇ ਜੀ, ਬੈਠੇ ਰਹੋ ਵਜ਼ੀਰੀਆਂ ਮਾਣੋ? ਐਕਚੁਅਲੀ ਕੰਟਰੋਲ ਕਿਹਦੇ ਕੋਲ ਹੈ ਨਾ, ਕੰਟਰੋਲ ਜਿਹੜਾ ਸਾਰਾ ਕੰਟਰੋਲ ਹੈ ਉਹ ਬ੍ਰਾਹਮਣਵਾਦੀ ਸਿਸਟਮ ਹੈ, ਉਹ ਉਹਨਾਂ ਦੇ ਸਿਸਟਮ ਨਾਲ ਹੀ ਚੱਲ ਰਿਹਾ। ਉਹ ਉਹਨਾਂ ਦੇ ਉਹ ਪਾਵਰ ਉਹਨਾਂ ਕੋਲ ਕੋਈ ਨਹੀਂ ਹੈਗੀ ਨਾ। ਪ੍ਰਧਾਨ ਮੰਤਰੀ ਹੈ, ਪ੍ਰੈਜ਼ੀਡੈਂਟ ਹੈ, ਉਹਦੇ ਕੋਲ ਪਾਵਰ ਹੈ, ਪਰ ਪ੍ਰੈਜ਼ੀਡੈਂਟ ਕੋਲ ਵੀ ਪਾਵਰ ਕੋਈ ਨਹੀਂ ਹੈਗੀ। ਮੇਨ ਤਾਂ ਇਸ਼ੂ ਤਾਂ ਇਹੀ ਹੈ ਨਾ ਵੀ ਪਾਵਰ ਜਿਹੜੇ ਲੋਕਾਂ ਕੋਲ ਹੈ ਉਹ ਉਸੇ ਤਰੀਕੇ ਨਾਲ ਉਹਨਾਂ ਨੂੰ ਅੱਗੇ ਚੱਲਾਉਂਦੇ। ਜਿਹੜੀ ਇੱਕ ਮਿੰਟ ਜੀ, ਮੈਨੂੰ ਆਪਣਾ ਮੇਰਾ ਮੈਸੇਜ ਇਹ ਹੈ ਕਿ ਅਸੀਂ ਬ੍ਰਾਹਮਣਾਂ ਨੂੰ, ਉੱਚ ਜਾਤੀ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਆ, ਸਾਰੇ ਬੇਵਕੂਫੀ ਕਰਦੇ ਆ। ਇਹ ਕਿਉਂ ਬੇਵਕੂਫੀ ਕਰਦੇ ਆ? ਇੱਕ ਬ੍ਰਾਹਮਣ ਆਪਣੇ ਆਪ ਨੂੰ ਬ੍ਰਹਮ ਸਮਝਦਾ, ਅਸੀਂ ਉਹਦੀ ਕਾਪੀ ਕਿਉਂ ਨਹੀਂ ਕਰਦੇ? ਜਦੋਂ ਇੱਕ ਜੰਮਿਆ ਹੋਇਆ ਬੰਦਾ, ਮਨੁੱਖੀ ਜੀਵ ਵਿੱਚ ਜੰਮਿਆ ਹੋਇਆ ਬੰਦਾ ਆਪਣੇ ਆਪ ਨੂੰ ਬ੍ਰਹਮ ਸਮਝਦਾ ਤੇ ਉਹਨੂੰ ਆਪਣਾ ਵਿਸ਼ਵਾਸ ਹੈ ਕਿ ਮੈਂ ਬ੍ਰਹਮ ਹੈ, ਤਾਂ ਹਰ ਬੰਦਾ ਆਪਣੇ ਅੰਦਰ ਇਹ ਕਿਉਂ ਨਹੀਂ ਵਿਸ਼ਵਾਸ ਪੈਦਾ ਕਰ ਸਕਦਾ ਕਿ ਮੈਂ ਬ੍ਰਹਮ ਹਾਂ? ਜਿਹੜੀਆਂ ਪਾਪ ਕਰਨ ਦੀਆਂ, ਜਿਹੜੀਆਂ ਬਦਮਾਸ਼ੀਆਂ ਕਰਨ ਦੀਆਂ, ਜਿਹੜੀਆਂ ਗੈਰ ਕਾਨੂੰਨੀ ਕੰਮ ਕਰਨ ਦੇ ਉਹਨੂੰ ਖੁੱਲ੍ਹਾ ਹੈ, ਇਹ ਕਿਉਂ ਨਹੀਂ ਲੈ ਸਕਦਾ? ਜਿਹੜੀ ਮੌਜੂਦਾ ਸਰਕਾਰ ਆ ਗਈ ਉਹ ਉਸੇ ਬ੍ਰਾਹਮਣਵਾਦੀ ਸੋਚ ਤੇ ਚੱਲਦੀ ਹੈ ਜਾਂ ਉਹ ਬਰਾਬਰਤਾ ਦੇ ਸਮਾਜ ਦੀ ਗੱਲ ਕਰਦੀ? ਜਿਹੜੀ ਬ੍ਰਾਹਮਣਵਾਦੀ ਸਰਕਾਰ ਹੈ ਇਹ ਸਿਰਫ ਜਿਹੜੀ ਅੱਜ ਜਿੰਨੀ ਭਾਰਤ ਸਰਕਾਰ ਹੈ ਇਹ ਸਿਰਫ ਬ੍ਰਾਹਮਣਵਾਦੀ ਵਿਚਾਰਧਾਰਾ ਤੇ ਚੱਲ ਰਹੀ ਹੈ। ਬ੍ਰਾਹਮਣ ਦੀ ਵਿਚਾਰਧਾਰਾ ਕਿਆ ਹੈ? ਬ੍ਰਾਹਮਣ ਦਾ ਜਦੋਂ ਕਿਤੇ ਚੰਗੇ ਵੱਡੇ ਤੋਂ ਵੱਡੇ ਠਾਕਰ ਦਾ ਡੋਲਾ ਆਉਂਦਾ ਹੈ ਤਾਂ ਅੱਜ ਵੀ ਇੱਕ ਸ਼੍ਰੇਸ਼ਟ ਬ੍ਰਾਹਮਣ ਦੇ ਘਰ ਰਹਿੰਦਾ, ਉਹ ਚਾਹੇ ਉਹ ਕਿਸੇ ਬਹਾਨੇ ਨਾਲ ਰਹੇ, ਉਹ 1-2 ਰਾਤਾਂ ਉੱਥੇ ਕੱਟ ਕੇ ਮੁੜ ਕੇ ਜਾਂਦੇ ਨੇ। ਉਹ ਇਸ ਕਰਕੇ ਰੱਖਿਆ ਜਾਂਦਾ ਹੈ ਕਿ ਉਹ ਜਿਹੜੇ ਠਾਕਰ ਆ ਉਹਨਾਂ ਨੂੰ ਨੀਚਾ ਦਿਖਾਉਂਦੇ ਨੇ ਵੀ ਤੁਸੀਂ ਸਾਡੇ ਨੀਚੇ ਨੰਬਰ ਦੇ ਹੋ। ਦੂਸਰਾ ਜਿਹੜੇ ਠਾਕਰ ਹੈ ਉਹ ਆਪ ਤੋਂ ਹੇਠਲੇ ਵਰਗ ਨੂੰ ਇਸ ਤਰ੍ਹਾਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਉਸ ਤੋਂ ਤੀਜਾ ਵਰਗ ਹੈ ਉਹ ਜਿਹੜੇ ਹੇਠਲੇ ਸ਼ਡਿਊਲਡ ਕਾਸਟ ਆ, ਬਲੈਕ ਮਾਰਕੀਟ ਕਲਾਸਿਸ ਹੈ, ਉਹਨਾਂ ਨੂੰ ਨੀਚਾ ਦਿਖਾਉਣ ਦੀ ਕਾਇਦ ਆ। ਇਹ ਮਨੁੱਖ ਨੂੰ ਨੀਚਾ ਦਿਖਾਉਂਦਾ ਹੈ, ਰੱਬ ਨੂੰ ਨੀਚਾ ਦਿਖਾਉਂਦਾ। ਮੈਨੂੰ ਨਹੀਂ ਸਮਝ ਆਉਂਦੀ ਜਿਹੜੇ 35 ਕਰੋੜ ਦੇਵ ਕੇ ਇਹਨਾਂ ਦੇ ਕੰਮ ਨਹੀਂ ਆਉਂਦੇ, ਜਿਹੜੇ ਤੁਹਾਨੂੰ ਚਾਹੀਦਾ ਨਵਾਂ ਲੈ ਲਓ। ਇਹ ਜਿਹੜਾ ਹੇਠਲਾ ਵਰਗ ਹੈ ਇਹ ਉਹਨਾਂ ਦੇ ਨਾਲੇ ਮੰਦਿਰਾਂ 'ਚ ਮੱਥਾ ਟੇਕਦੇ ਨੇ, ਚੜਾਵਾ ਚੜਾਉਂਦੇ ਨੇ, ਨਾਲੇ ਛੱਤਰ ਖਾਂਦੇ ਨੇ। ਇਹ ਉੱਥੇ ਕਰ ਕੀ ਜਾਂਦੇ ਨੇ? ਇਹ ਆਪਣਾ ਰੱਬ ਨਵਾਂ ਬਣਾ ਲੈਣ। ਇਹਨਾਂ ਨੂੰ ਕੌਣ ਰੋਕਦਾ ਰੱਬ ਪੈਦਾ ਕਰਨ ਤੋਂ? ਮੈਨੂੰ ਦੁੱਖ ਇਹ ਹੈ ਵੀ ਜੋ ਆਰਟੀ ਐਕਟ ਸਰਦਾਰ ਮਨਮੋਹਨ ਸਿੰਘ ਨੇ ਲਿਆਂਦਾ ਸੀ ਉਹ ਠੀਕ ਹੈ, ਬਾਦਲ ਸਾਹਿਬ ਨੇ ਉਹ ਜਿਹੜੀ ਹੈ ਥਰੂ ਪੋਲੀਟੀਕਲ ਪ੍ਰਿਜ਼ਮ ਦੇਖਿਆ ਵੀ ਇਹ ਤਾਂ ਕਾਂਗਰਸ ਦਾ ਬਣਾਇਆ, ਮੈਂ ਲਾਗੂ ਨਹੀਂ ਪੰਜਾਬ 'ਚ ਕਰਦਾ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਹੁਣ ਤਾਂ ਕਾਂਗਰਸ ਦਾ ਬਣਾਇਆ ਹੋਇਆ, ਕਾਂਗਰਸ ਦੀ ਹੀ ਪੰਜਾਬ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ, ਇਹ ਕਿਉਂ ਨਹੀਂ ਲਾਗੂ ਕਰਦੀ? ਇਹ ਕਿਸ ਮੂੰਹ ਨਾਲ ਅਗਲੀਆਂ 2022 ਦੀਆਂ ਵੋਟਾਂ 'ਚ ਲੋਕਾਂ ਕੋਲ, ਗਰੀਬਾਂ ਬੱਚਿਆਂ ਕੋਲ ਜਾਣਗੇ? ਇਹ ਇਸ ਐਕਟ ਦੇ ਥੱਲੇ ਫਾਈਨ ਵੀ ਹੈ, 10,000 ਰੁਪਇਆ, 1 ਲੱਖ ਰੁਪਏ ਤੱਕ ਦਾ ਫਾਈਨ ਹੈ। ਜੇ ਫਿਰ ਵੀ ਨਹੀਂ ਕਰਦੇ ਫਿਰ 10,000 ਰੁਪਇਆ ਰੋਜ਼ ਦਾ ਫਾਈਨ ਹੈ। ਉਹ ਤੁਸੀਂ ਦੇਖ ਲਓ, ਕਿਸੇ ਨੂੰ ਫਾਈਨ ਨਹੀਂ ਲਾਇਆ, ਕਿਸੇ ਨੂੰ ਦਾਖਲਾ ਨਹੀਂ ਦਿੱਤਾ। ਜਿਹੜੇ ਇਹਨਾਂ ਸਕੂਲਾਂ ਨੂੰ ਮਾਨਤਾ ਦਿੱਤੀ ਹੋਈ ਹੈ ਉਹ ਇਸ ਸ਼ਰਤ ਤੇ ਦਿੱਤੀ ਹੋਈ ਹੈ ਵੀ ਤੁਸੀਂ ਆਰਟੀ ਐਕਟ ਲਾਗੂ ਕਰੋਗੇ, ਪਰ ਕੋਈ ਸ਼ਰਤ ਨਹੀਂ ਚੈੱਕ ਕਰਦਾ, ਕੋਈ ਫਾਈਨ ਨਹੀਂ ਲਾਉਂਦਾ, ਸਾਰੇ ਹੀ ਚੁੱਪ ਨੇ। ਇਹ ਜਿਹੜੇ ਪ੍ਰਾਈਵੇਟ ਅਨਐਡਡ ਸਕੂਲ ਨੇ ਇਹ ਨੋ ਪ੍ਰੋਫਿਟ ਨੋ ਲਾਸ ਪਰ ਹੈ। ਤੇ ਹੋਰ ਵੀ ਇਹ ਤੁਹਾਨੂੰ ਗੱਲ ਦੱਸਦਾ ਵੀ ਜਿਵੇਂ ਮੋਹਾਲੀ ਹੈ,
ਇਹ ਪੁੱਡਾ ਨੇ ਬਾਹਰਲੇ ਪਟਿਆਲਾ ਜਲੰਧਰ ਅੰਮ੍ਰਿਤਸਰ ਇਹਨਾਂ ਨੂੰ ਬੜੇ ਕੰਸੈਸ਼ਨ ਰੇਟ ਪਰ 10-10 20-20 ਰੁਪਏ ਗਜ ਪਰ ਪਲਾਟ ਦਿੱਤੇ ਹੋਏ ਨੇ। ਕਈ ਆਪਣੇ ਸੈਂਕੜੇ ਹਜ਼ਾਰਾਂ ਗਜਾਂ ਦੇ, ਪਰ ਉਹਨਾਂ ਦੇ ਥੱਲੇ ਵੀ ਸ਼ਰਤ ਲੱਗੀ ਹੋਈ ਹੈ ਵੀ 10% ਤੁਸੀਂ 9% 8% ਤੁਸੀਂ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਹੈ, ਪਰ ਉਹ ਵੀ ਕੋਈ ਚੈੱਕ ਨਹੀਂ ਕਰ ਰਿਹਾ। ਤੇ ਜਿਹੜੇ ਸਕੂਲ ਬਣੇ ਨੇ ਪ੍ਰਾਈਵੇਟ ਅਨਏਡਡ ਸਕੂਲ ਬਹੁਤੇ ਪਹਿਲਾਂ ਤਾਂ ਅੰਦਰ ਬੜੇ ਹੋਏ ਆ, ਜਿਹੜੇ ਜ਼ਮੀਨ 'ਚ ਬੜੇ ਨੇ ਉਹ ਜਿਹੜੀ ਜ਼ਮੀਨ ਨੂੰ ਮਤਲਬ CLU ਕੀਤੀ ਹੈ, ਚੇਂਜ ਆਫ ਲੈਂਡ ਯੂਜ਼, ਉਹਦੇ ਵਿੱਚ ਵੀ ਸ਼ਰਤ ਹੈ ਵੀ ਗਰੀਬ ਬੱਚੇ ਪੜ੍ਹਾਉਣੇ ਆ, ਪਰ ਕੌਣ ਦੇਖਦਾ ਹੈ? ਕੋਈ ਪਰਵਾਹ ਨਹੀਂ ਕਰਦਾ। ਕੋਈ ਗੌਰਮੈਂਟ ਦੇ ਜਿਹੜੇ ਗਰੀਬਾਂ ਨੂੰ ਕੁਆਲਿਟੀ ਐਜੂਕੇਸ਼ਨ ਦੇਣਾ ਗੌਰਮੈਂਟ ਦੇ ਤਾਂ ਉਹ ਹੀ ਨਹੀਂ ਹੈ, ਮੁੱਦਾ ਹੀ ਹਰ ਮਨੁੱਖ ਰੱਬ ਪੈਦਾ ਕਰ ਸਕਦਾ, ਕਿਉਂਕਿ ਆਪਣੇ ਆਪ 'ਚ ਰੱਬ ਹੈ। ਜਿਤਨਾ ਚਿਰ ਬ੍ਰਾਹਮਣਵਾਦੀ ਵਿਚਾਰ ਇਸ ਵਿਚਾਰਧਾਰਾ ਨੂੰ ਇਹ ਸ਼ਡਿਊਲਡ ਕਾਸਟ ਨਹੀਂ ਅਪਣਾਉਂਦੇ, ਇਹ ਦਲਿਤ ਨਹੀਂ ਅਪਣਾਉਂਦੇ, ਇਹਨਾਂ ਦਾ ਕਲਿਆਣ ਨਹੀਂ ਹੋ ਸਕਦਾ। ਜਿੰਨਾ ਚਿਰ ਇਹ ਆਪਣੇ ਨਾਲੋਂ ਆਪਣੀ ਜਾਤ ਦਾ ਲੈਵਲ ਨਹੀਂ ਤਾਰਦੇ, ਉਹਨਾਂ ਚਿਰ ਇਹ ਜਾਤੀ ਰਹਿਤ ਨਹੀਂ ਹੋ ਸਕਦੇ। ਜਾਤਾਂ ਵਿੱਚ ਵੰਡੇ ਹੋਏ ਨੇ, ਇੱਕ ਵਾਲਮੀਕ ਹੈ, ਹਿੰਦੂ ਵਾਲਮੀਕ ਕਹਾਉਂਦਾ, ਸਰਦਾਰ ਵਾਲਮੀਕ ਆਪਣੇ ਆਪ ਨੂੰ ਰੰਗਰੇਟਾ ਕਹਾਉਂਦਾ, ਕੋਈ ਹੋਰ ਕੁਛ ਹੁੰਦਾ। ਇਹ ਜਿਹੜੀ ਭਿੰਨਤਾ ਹੈਗੀ ਆ, ਜਿੰਨਾ ਚਿਰ ਆਪਣੇ ਆਪ ਨੂੰ ਤਿਆਗ ਕਰਕੇ ਇੱਕ ਮਨੁੱਖ ਸਰਬ ਸ੍ਰੇਸ਼ਟ ਮਨੁੱਖ ਦਾ ਜਾਮਾ ਨਹੀਂ ਮਨੁੱਖ ਪਹਿਨਦਾ, ਇਹਨਾਂ ਦਾ ਕਲਿਆਣ ਨਹੀਂ ਹੋ ਸਕਦਾ। ਇਹ ਦਲਿਤ ਨਹੀਂ ਹੈਗੇ। ਫਲਸਫੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਗੁਰੂ ਸਾਹਿਬ ਦੇ ਫਲਸਫੇ ਦੀ ਜਦੋਂ ਗੱਲ ਕਰਦੇ ਹਾਂ, ਆਪਾਂ ਬਰਾਬਰਤਾ ਦੇ ਸਮਾਜ ਦੀ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਮਨੁੱਖਤਾ ਦਾ ਸੁਨੇਹਾ ਦਿੱਤਾ, ਬਰਾਬਰਤਾ ਦਾ ਸੁਨੇਹਾ ਦਿੱਤਾ। ਤਾਂ ਅੱਜ ਦੀਆਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਗੱਲ ਕਰਾਂ, ਕੀ ਉਹ ਉਸ ਮਾਰਗ ਤੇ ਅੱਗੇ ਵਧ ਰਹੀਆਂ ਨੇ ਜਾਂ ਉੱਥੇ ਵੀ ਜਿਹੜੇ ਹੈਗੇ ਇਹ ਸਮੱਸਿਆਵਾਂ ਜਿਹੜੀ ਬ੍ਰਾਹਮਣਵਾਦ ਦੀ ਗੱਲ ਕਰਦੇ ਆ, ਅਸੀਂ ਜਾਤਵਾਦ ਦੀ ਗੱਲ ਕਰਦੇ ਆ, ਕਿ ਇਹ ਉੱਥੇ ਵੀ ਜਿਹੜੀਆਂ ਉਪਜ ਚੁੱਕੀਆਂ ਨੇ? ਵੈਸੇ ਕਹਿਣ ਨੂੰ ਤਾਂ ਵੀ ਸਿੱਖੀਜ਼ਮ 'ਚ ਕੋਈ ਜਾਤ ਪਾਤ ਨਹੀਂ ਹੈ। ਸਾਨੂੰ ਬੜੀ ਖੁਸ਼ੀ ਹੈ, ਕਹਿੰਦੇ ਨੇ ਵੀ ਸਿੱਖੀਜ਼ਮ ਕੋਈ ਜਾਤ ਪਾਤ ਨਹੀਂ, ਪਰ ਜੋ ਅਸਲੀਅਤ ਹੈ ਉਹ ਇਹ ਹੈ ਵੀ ਤੁਸੀਂ ਗੁਰਦੁਆਰੇ ਪਿੰਡਾਂ 'ਚ ਦੇਖ ਲਓ, ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਰਮਦਾਸੀਆਂ ਦਾ ਗੁਰਦੁਆਰਾ ਹੈ, ਹਾਂਜੀ, ਇਹ ਤਰਖਾਣਾ ਦਾ ਗੁਰਦੁਆਰਾ ਹੈ, ਅਲੱਗ-ਅਲੱਗ ਕਾਸਟਾਂ ਦੇ ਗੁਰਦੁਆਰੇ ਬਣੇ ਹੋਏ ਨੇ। ਇਹ ਮਤਲਬ ਜੋ ਗਰਾਊਂਡ ਰਿਐਲਿਟੀ ਹੈ ਉਹ ਇਹ ਨਹੀਂ ਹੈ। ਜੋ SGPC ਦੀ ਗੱਲ ਕਰਦੇ ਆ ਜਾਂ ਆਪਾਂ ਵੈਸੇ ਗੱਲ ਕਰਦੇ ਆ, ਉੱਥੇ ਕੰਟਰੋਲ ਅਕਾਲੀ ਦਲ ਦਾ, ਬਾਦਲ ਗਵਰਨਮੈਂਟ ਦਾ ਕੰਟਰੋਲ ਹੈ। ਜਿਹੜੇ ਜੋ ਥੱਲੇ ਵਾਲੀਆਂ ਪੋਸਟਾਂ ਹੈ, ਸਫਾਈ ਕਰਨਾ ਹੈ, ਠੀਕ ਹੈ ਜੀ, ਜਾਂ ਮਤਲਬ ਰੋਟੀ ਬਣਾਉਣੀ ਹੈ, ਭਾਂਡੇ ਮਾਂਜਣੇ ਹੈ, ਉਹ ਕੰਮ ਤਾਂ ਹੈਗੇ ਗਰੀਬਾਂ ਕੋਲ, ਪਰ ਜਿਹੜੇ ਉੱਪਰਲੀਆਂ ਪੋਸਟਾਂ ਹੈ ਉਹ ਜੋ ਦਲਿਤ ਉਹਨਾਂ ਕੋਲ ਨਹੀਂ ਹੈ। ਸੋ ਬੜੀਆਂ ਪ੍ਰੋਬਲਮਾਂ ਨੇ। ਕੀ ਗੱਲ ਕਰੀਏ, ਪੰਜਾਬ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਡਾਕਟਰ ਅੰਬੇਦਕਰ gave priority to education. The Right of Children for Free and Compulsory Education Act 2009 was passed by Sardar Manmohan Singh Congress government at the center. Punjab is only one state in India where no child has been admitted in compliance with the RT Act. RT Act provides at least 25% seats to poor children belonging to weaker sections and disadvantaged groups, including disabled children. Not even a single child has been admitted in Punjab throughout state. The idea behind this act was to give quality education to have-not who could not provide money to their children in private or aided school, who could not pay high fees. ਉਹਦਾ ਰੀਜ਼ਨ ਕੀ ਹੈ? ਕੀ ਪੋਲੀਟੀਕਲ ਕਨੈਕਸ਼ਨ ਨੇ ਉਹਨਾਂ ਇੰਸਟੀਚਿਊਟਸ ਦੇ? ਰੀਜ਼ਨ ਕੀ ਹੈ? ਰੀਜ਼ਨ ਉਸੇ ਪਿੱਛੇ ਇਹ ਹੈ, ਉਸ ਸਮੇਂ ਦੀ ਜੋ ਅਕਾਲੀ ਦਲ BJP ਗਵਰਨਮੈਂਟ ਸੀ, ਹੈਡਡ ਬਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੈਂਟਰਲ ਐਕਟ 10/4/2010 ਨੂੰ ਨੋਟੀਫਿਕੇਸ਼ਨ ਹੋ ਗਈ ਸੀ ਇਸ ਐਕਟ ਦੀ। ਪੰਜਾਬ ਸਰਕਾਰ ਦੇ ਉਸ ਟਾਈਮ ਬਾਦਲ ਸਾਹਿਬ ਨੇ ਨੋਟੀਫਿਕੇਸ਼ਨ ਬਲੇਟਡ ਕੀਤੀ, 10/10/2011 ਨੂੰ ਕੀਤੀ, ਤੇ ਉਹਦੇ ਵਿੱਚ ਡਿਫੈਕਟ ਪਾਇਆ। ਡਿਫੈਕਟ ਕੀ ਪਾਇਆ? ਉਹ ਇਹ ਵੀ ਪਹਿਲਾਂ ਬੱਚਾ ਜਾਵੇ ਸਰਕਾਰੀ ਸਕੂਲ 'ਚ, ਜੇ ਕਿਸੇ ਕਾਰਨ ਕਰਕੇ ਉਹਨੂੰ ਦਾਖਲਾ ਨਹੀਂ ਮਿਲਦਾ ਤਾਂ ਫਿਰ ਉਹ NOC ਲਵੇ, ਫਿਰ ਉਹ ਪ੍ਰਾਈਵੇਟ ਅਨਏਡਡ ਸਕੂਲ 'ਚ ਦਾਖਲਾ ਤਾਂ ਲੈ ਸਕਦਾ। ਪਰ ਉੱਥੇ ਕੋਈ MBBS ਮੰਗ ਸੀਟਾਂ ਤਾਂ ਹੈ ਨਹੀਂ। ਜੇ 50 ਸੀਟਾਂ ਦਾ 51 ਦਾਖਲ ਨਹੀਂ ਹੋ ਸਕਦੇ, 100 ਸੀਟਾਂ 101 ਦਾਖਲ ਨਹੀਂ ਹੋ ਸਕਦਾ। ਜਿਨੇ ਸਰਕਾਰੀ ਸਕੂਲ ਨੇ ਉਹਦੇ ਵਿੱਚ ਕੋਈ NOC ਇਸ਼ੂ ਨਹੀਂ ਹੋਇਆ, ਕਿਉਂਕਿ ਉਹ ਡਿਨਾਈ ਨਹੀਂ ਕਰਦੇ। ਜਿਹੜਾ ਬੱਚਾ ਗਿਆ ਉਹਨੇ ਸਰਕਾਰੀ ਸਕੂਲ 'ਚ ਦਾਖਲਾ ਦੇਤਾ।
ਵਿਦ ਰਿਜ਼ਲਟ ਲੱਖਾਂ ਹੀ ਬੱਚੇ ਕੁਆਲਿਟੀ ਐਜੂਕੇਸ਼ਨ ਚੋਂ ਪੰਜਾਬ 'ਚ ਰਹਿ ਗਿਆ। ਇਸ ਦੇ ਬਾਰੇ ਕੈਗ ਨੇ ਰਿਪੋਰਟ, ਸੀਜ ਆਫ ਇੰਡੀਆ ਨੇ ਵੀ ਆਪਣੀ ਰਿਪੋਰਟ 31/3/2016 2017 ਚ ਵਿਧਾਨ ਸਭਾ 'ਚ ਪੇਸ਼ ਕਰਤੀ, ਪਰ ਵਿਧਾਨ ਸਭਾ 'ਚ ਕੋਈ ਵੀ ਲੀਡਰ ਮੂੰਹ ਨਹੀਂ ਖੋਲਦਾ, ਦਲਿਤ MLA ਵੀ ਨਹੀਂ ਖੋਲਦੇ, ਮਿਨਿਸਟਰ ਵੀ ਨਹੀਂ ਖੋਲਦੇ। ਦੁੱਖ ਇਹ ਹੈ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ ਨੇ ਪੰਜਾਬ ਸਰਕਾਰ ਨੂੰ ਆਰਡਰ ਭੇਜੇ ਨੇ ਆਪਣੇ, ਕੋਈ ਡਿਸਕਸ ਨਹੀਂ ਕਰਦਾ। ਇਹ ਜਿਹੜਾ ਐਕਟ ਦੀ ਪ੍ਰੋਵੀਜ਼ਨ ਜਿੰਨੇ ਸਰਕਾਰੀ ਸਕੂਲ ਨੇ ਉਹਨਾਂ ਦੇ ਬਾਹਰ ਲਿਖੀ ਹੋਈ ਹੈ, ਲਿਖਣ ਪਰ ਕਰੋੜਾਂ ਰੁਪਇਆ ਲਾਤਾ ਪਰ ਬੱਚਾ ਇੱਕ ਵੀ ਨਹੀਂ ਦਾਖਲ ਕਰਿਆ। ਇਹਦੇ ਪਿੱਛੇ ਹੀ ਹੈ, ਇਹ ਨਹੀਂ ਚਾਹੁੰਦੇ ਕਿਸੇ ਦੀ ਪ੍ਰਾਇੋਰਟੀ ਨਹੀਂ ਹੈ, ਕਿਸੇ ਪੋਲੀਟੀਕਲ ਪਾਰਟੀ ਦੀ, ਕਿਸੇ ਪੋਲੀਟੀਕਲ ਪਾਰਟੀ ਦੀ ਪ੍ਰਾਇੋਰਟੀ ਵੀ ਇਹ ਗਰੀਬ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਣੀ ਹੈ। ਉਹ ਨਹੀਂ ਚਾਹੁੰਦੇ ਵੀ ਇਹ ਗਰੀਬਾਂ ਦੇ ਬੱਚੇ ਵਧੀਆ ਕੁਆਲਿਟੀ ਐਜੂਕੇਸ਼ਨ ਲੈ ਕੇ ਡਾਕਟਰ, ਇੰਜੀਨੀਅਰ, ਡਾਕਟਰ ਬਣ ਕਿਉਂ ਸਕਣ। ਨਹੀਂ ਚਾਹੁੰਦੇ? ਉਹ ਕਾਰਨ ਕੀ ਆ? ਉਹ ਕਿਉਂ ਜਿਹੜਾ ਹੈਗਾ ਗਰੀਬ ਬੱਚਿਆਂ ਨੂੰ, ਦਲਿਤ ਬੱਚਿਆਂ ਨੂੰ ਜਿਹੜਾ ਐਜੂਕੇਸ਼ਨ ਤੋਂ ਚੰਗੀ ਐਜੂਕੇਸ਼ਨ ਇਹਨਾਂ ਦੀ ਪ੍ਰਾਇੋਰਟੀ ਉਹ ਨਹੀਂ ਹੈਗੀ। ਇਹ ਟੂ ਗਿਵ ਕੁਆਲਿਟੀ ਐਜੂਕੇਸ਼ਨ ਟੂ ਪੂਅਰ ਇਜ਼ ਨਾਟ ਦਾ ਪ੍ਰਾਇੋਰਟੀ ਆਫ ਦੀ ਗਵਰਨਮੈਂਟ। ਪ੍ਰਾਇੋਰਟੀ ਕਿਉਂ ਨਹੀਂ ਹੈਗੀ? ਕਾਰਨ ਕੀ ਆ ਉਹਦਾ? ਇਹ ਸਿਰਫ ਵੋਟ ਹੈ। ਇਹ ਚਾਹੁੰਦੇ ਵੀ ਵੋਟਾਂ ਮਤਲਬ ਇਹਨਾਂ ਤੇ ਲਈ ਜਾਈਏ, ਇਹਨਾਂ ਨੂੰ ਰੱਖੀਏ ਇਦਾਂ ਹੀ, ਵੋਟਾਂ ਲਈ ਜਾਈਏ ਤੇ ਆਪਾਂ ਰਾਜ ਕਰੀਏ। ਸੋ ਤੁਸੀਂ ਦੇਖਿਆ ਕਿ ਪ੍ਰੋਟੈਸਟ ਜਿਹੜਾ ਜਾਰੀ ਹੈ, ਇਸ ਤਰ੍ਹਾਂ ਦੇਖ ਰਹੇ ਹੋ ਕਿ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਤੇ ਲਗਾਤਾਰ ਜਿਹੜਾ ਹੈਗਾ ਉਹ ਇੱਥੇ ਪੈਂਪਲੇਟ ਵੀ ਹੱਥਾਂ ਦੇ ਵਿੱਚ ਫੜ ਕੇ ਦਿਖਾਏ ਜਾ ਰਹੇ ਨੇ, ਜਿਸ 'ਚ ਕੇਂਦਰ ਸਰਕਾਰ, ਪੰਜਾਬ ਸਰਕਾਰ ਵਿਰੁੱਧ ਜਿਹੜਾ ਹੈਗਾ ਉਹ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਮਸਲਾ ਗੰਭੀਰ ਹੈਗਾ, ਪਰ ਦੇਖਣਾ ਇਹ ਹੈ ਕਿ ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਵੀ ਜਿਹੜੀਆਂ ਨੇ ਉਹ ਬਰਾਬਰਤਾ ਦੇ ਸਮਾਜ ਦੀ ਗੱਲਬਾਤ ਨਹੀਂ ਕਰਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਬਾਕੀ ਧਾਰਮਿਕ ਸੰਸਥਾਵਾਂ ਹੋਣ, ਗੁਰੂ ਸਾਹਿਬਾਨ ਦਾ ਫਲਸਫਾ ਬਰਾਬਰ ਦਾ ਗਾ ਨਾ ਸਰਕਾਰਾਂ ਵੱਲੋਂ ਜਿਹੜਾ ਹੈਗਾ ਸੰਵਿਧਾਨਕ ਅਨੁਸਾਰ ਬਰਾਬਰਤਾ ਦਾ ਧਰਮ ਨਿਭਾਇਆ ਜਾ ਰਿਹਾ ਹੈ, ਨਾ ਧਾਰਮਿਕ ਸੰਸਥਾਵਾਂ ਵੱਲੋਂ ਨਿਭਾਇਆ ਜਾ ਰਿਹਾ, ਜਿਸ ਕਾਰਨ ਅੱਜ ਜੋ ਹੈ ਮੁੜ ਤੋਂ ਦਲਿਤ ਭਾਈਚਾਰਾ ਤੇ ਬੁੱਧੀਜੀਵੀ ਵਰਗ ਹੈ ਜਿਹੜਾ ਪੰਜਾਬ ਦਾ ਉਹ ਸੜਕਾਂ ਉੱਤੇ ਹੈ ਤੇ ਉਹਨਾਂ ਵੱਲੋਂ ਇੱਕ ਵਾਰ ਮੁੜ ਤੋਂ ਜਿਹੜਾ ਉਹ ਬਰਾਬਰਤਾ ਦੇ ਸਮਾਜ ਦਾ ਹੋਕਾ ਦਿੱਤਾ ਜਾ ਰਿਹਾ ਹੈ। ਪਰ ਇਹ ਹੋਕਾ ਧਰਾਤਲ ਤੇ ਕਦ ਉਤਰੇਗਾ ਅਤੇ ਕਦੋਂ ਬਰਾਬਰਤਾ ਦਾ ਸਮਾਜ ਸਿਰਜਿਆ ਜਾਵੇਗਾ, ਇਹ ਇੱਕ ਵੱਡਾ ਸਵਾਲ ਹੈ। ਕੈਮਰਾਮੈਨ ਜੋਬਨ ਦੇ ਨਾਲ ਮੈਂ ਅਰਸ਼ਦੀਪ ਸਿੰਘ, ਮੋਹਾਲੀ।